ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨਾ। ਸਿਮਰੋ ਅੰਗਦ ਦੋਖ ਨਿਕੰਦਨਾ। ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸੋਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੂਨ ਪੂਨ ਸੀਸਾ, ਪੂਨ ਪੂਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਨਾਮ ਸੁਮੰਦਾ ਇਕ ਚਲ ਆਇਓ, ਸ਼੍ਰੀ ਅਰਜਨ ਕੋ ਸੀਸ ਨਵਾਇਓ। ਨਾਮ ਸੁਮੰਦਾ ਇਕ ਚਲ ਆਇਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗੁਰਦੁਆਰਾ ਸਾਹਿਬ ਸਲੋਹ ਰੋਡ ਵਿਖੇ ਜੁਗੋ ਜੁਗਾ ਟਲ ਗਰੀਬ ਨਵਾਜ ਸਤਿਗੁਰੂ, ਤਖਤ ਚਬਰ ਛਤਰ ਦੇ ਮਾਲਕ ਸਤਿਗੁਰੂ, ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਨ ਦਾ, ਸਤ ਸੰਗਤ ਦੇ ਵਿੱਚ ਜੁੜ ਕੇ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਸੁਖਾਂ ਦੀ ਮਣੀ ਹੈ, ਮਨ ਨੂੰ ਸਾਰੇ ਸੁਖ ਬਖਸ਼ਣ ਵਾਲੀ ਹੈ ਔਰ ਮਨੀ ਸ਼੍ਰੋਮਣੀ ਸਾਰੇ ਸੁਖਾਂ ਦੀ ਦਾਤੀ ਹੈ।
ਇਹ ਗੁਰਬਾਣੀ ਕਿਉਂ ਸ਼੍ਰੋਮਣੀ ਸਾਰੇ ਸੁੱਖਾਂ ਦੀ ਦਾਤੀ ਹੈ ਕਿ ਇਸ ਬਾਣੀ ਨੂੰ ਉਚਾਰਨ ਕਰਨ ਵਾਲਾ ਔਰ ਸੁਣਨ ਵਾਲਾ ਚਾਰੇ ਪਦਾਰਥਾਂ ਨੂੰ ਪ੍ਰਾਪਤ ਕਰਨ ਦਾ ਅਧਿਕਾਰੀ ਬਣ ਜਾਂਦਾ ਹੈ। ਧਰਮ, ਅਰਥ, ਕਾਮ, ਮੋਖ ਇਹ ਸਾਰੀਆਂ ਦਾਤਾਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ ਹਨ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਬਿਸਰਾਮ। ਐਸੀ ਗੁਰਬਾਣੀ ਦਾ ਅਮੋਲਕ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸਤ ਸੰਗਤ ਜੀ, ਇਹ ਅਸਥਾਨ ਸਤਪੁਰਸ਼ਾਂ ਦੀ ਬਹੁਤ ਵੱਡੀ ਘਾਲਣਾ ਦੇ ਨਾਲ ਇੰਗਲੈਂਡ ਦੀ ਧਰਤੀ ਤੇ ਸਥਾਪਿਤ ਹੋਏ ਹਨ। ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਤਿੰਨਾਂ ਤੋਂ ਵਰਵਸਾਏ ਹੋਏ ਮਹਾਂਪੁਰਖ ਸੰਤ ਭਾਈ ਮਨੀ ਸਿੰਘ ਜੀ, ਜੋ ਪੂਰਨ ਮਹਾਂਪੁਰਖ ਸਨ, ਭਾਈ ਕੇ ਦਿਆਲਪੁਰੇ ਵਾਲੇ, ਜਿਨ੍ਹਾਂ ਉੱਤੇ ਸਤਿਗੁਰੂ ਜੀ ਦੀ ਬਹੁਤ ਭਾਰੀ ਅਪਾਰ ਬਖਸ਼ਿਸ਼ ਸੀ। ਸਾਧ ਸੰਗਤ ਜੀ, ਜਿੱਥੇ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਜਿੱਥੇ ਗੁਰਸਿੱਖਾਂ ਨੂੰ ਵੱਖ-ਵੱਖ ਅਵਸਥਾਵਾਂ ਦੀ ਬਖਸ਼ਿਸ਼ ਕੀਤੀ ਹੈ, ਉੱਥੇ ਸਿੱਖਾਂ ਨੂੰ ਨਾਮ ਦੀਆਂ ਬਰਕਤਾਂ ਵੀ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀਆਂ ਹਨ। ਸਭ ਜਪ ਸਭ ਥਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਜਪ ਔਰ ਤਪ ਦੇ ਵਿੱਚੋਂ ਇਹ ਸਾਰੀਆਂ ਚੰਗਿਆਈਆਂ ਜਿਹੜੀਆਂ ਸਾਧ ਸੰਗਤ ਜੀ ਪ੍ਰਗਟ ਹੁੰਦੀਆਂ, ਪ੍ਰਾਪਤ ਹੁੰਦੀਆਂ ਹਨ, ਤੇ ਪੂਰਨ ਮਹਾਂਪੁਰਖਾਂ ਦੀਆਂ ਕਮਾਈਆਂ ਜਿਹੜੀਆਂ ਹੁੰਦੀਆਂ ਹਨ, ਉਹ ਸੰਸਾਰ ਦੇ ਜੀਵ ਸਦਾ ਵਾਸਤੇ ਉਹਨਾਂ ਦੀ ਕਮਾਈ ਦਾ ਫਲ ਭੋਗਦੇ ਹੈ। ਜੋ ਮਨ ਚਿਤ ਤੁਧ ਧਿਆਏ ਦੇ ਮੇਰੇ ਸੱਚਿਆ, ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ। ਸੰਤ ਬਾਬਾ ਮਨੀ ਸਿੰਘ ਜੀ, ਸੰਤ ਬਾਬਾ ਅਤਰ ਸਿੰਘ ਜੀ ਨੂੰ ਕਾਬਲ ਦੇ ਇਲਾਕੇ ਵਿੱਚੋਂ ਸੰਗਤ ਮਿਲਣ ਵਾਸਤੇ ਆਈ। ਸੰਤ ਆਸਣ ਤੇ ਨਹੀਂ ਸਨ। ਉਸ ਵਕਤ ਸੰਗਤਾਂ ਨੇ ਪੁੱਛਿਆ ਵੀ ਸੰਤ ਭਾਈ ਮਨੀ ਸਿੰਘ ਜੀ ਕਿੱਥੇ ਹੈ? ਤਾਂ ਸਿੰਘਾਂ ਨੇ ਦੱਸਿਆ ਕਿ ਫਲਾਣੇ ਟਿੱਬੇ ਤੇ ਬੈਠ ਕੇ ਸ੍ਰੀ ਜਪਜੀ ਸਾਹਿਬ ਜੀ ਦਾ ਅਭਿਆਸ ਕਰ ਰਹੇ ਹਨ। ਮਹਾਂਪੁਰਖ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਬਹੁਤ ਵੱਡੇ ਅਭਿਆਸੀ ਸਨ। ਸੰਗਤਾਂ ਨੇ ਜਾ ਕੇ ਨਮਸਕਾਰ ਕੀਤੀ, ਫਤਿਹ ਬੁਲਾਈ, ਤੇ ਸੰਗਤ ਨੂੰ ਕਈ ਦਿਨਾਂ ਤੋਂ ਚਲਦੀ ਆਈ, ਪੈਦਲ ਚੱਲ ਕੇ ਉਦੋਂ ਆਉਂਦੀਆਂ ਸਨ ਸੰਗਤਾਂ ਦੂਰੋਂ ਦੂਰੋਂ, ਤੇ ਲੰਗਰ ਵੀ ਕਿਤੇ ਨਹੀਂ ਛਕਿਆ ਹੋਇਆ ਸੀ। ਸੰਗਤ ਨੇ ਬੇਨਤੀ ਕੀਤੀ, ਬਾਬਾ ਜੀ ਭੁੱਖ ਬਹੁਤ ਲੱਗੀ ਹੋਈ ਹੈ, ਕਿਰਪਾ ਕਰਕੇ ਕੁਝ ਛਕਣ ਵਾਸਤੇ ਤੁਸੀਂ ਸਾਨੂੰ ਬਖਸ਼ਿਸ਼ ਕਰੋ, ਸੰਗਤਾਂ ਨੂੰ ਕੁਝ ਪਦਾਰਥ ਛਕਾਇਆ ਜਾਏ। ਸੰਤਾਂ ਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਆਪ ਜੀ ਨੇ ਭਾਈ ਲਹਿਣਾ ਜੀ ਤੋਂ ਬਿਰਛਾਂ ਤੋਂ ਮਠਿਆਈ ਪ੍ਰਗਟ ਕਰਕੇ ਸੰਗਤਾਂ ਨੂੰ ਤ੍ਰਿਪਤ ਕੀਤਾ ਸੀ। ਅੱਜ ਵੀ ਸੱਚੇ ਪਾਤਸ਼ਾਹ ਤੁਹਾਡੀਆਂ ਬਰਕਤਾਂ ਸਦਾ ਹੀ ਵਰਤ ਰਹੀਆਂ ਹਨ। ਆਪ ਕਿਰਪਾ ਕਰਕੇ ਬਖਸ਼ਿਸ਼ ਕਰੋ, ਰਹਿਮਤ ਕਰੋ ਮਹਾਰਾਜ, ਸੰਗਤਾਂ ਦੀ ਤ੍ਰਿਪਤੀ ਵਾਸਤੇ ਸੰਗਤਾਂ ਨੂੰ ਪੱਕੇ ਪਕਵਾਨ, ਭੋਜਨ, ਮਠਿਆਈਆਂ ਦੀ ਦਾਤ ਬਖਸ਼ਿਸ਼ ਕਰੋ। ਅਰਦਾਸ ਕਰਕੇ ਨਮਸਕਾਰ ਕੀਤੀ, ਕਿੱਕਰ ਨੂੰ ਹਲੂਣਾ ਦਿੱਤਾ, ਕਿੱਕਰ ਦੇ ਉੱਤੋਂ ਸਾਧ ਸੰਗਤ ਜੀ ਮਠਿਆਈਆਂ ਢੜੀਆਂ ਤੇ ਸੰਗਤਾਂ ਨੇ ਰੱਜ ਰੱਜ ਕੇ ਛਕੀਆਂ। ਐਸੀ ਕਰਨੀ ਵਾਲੇ ਮਹਾਂਪੁਰਖ ਸਨ। ਉਧਰ ਸੰਤ ਬਾਬਾ ਅਤਰ ਸਿੰਘ ਜੀ ਨੂੰ ਪਤਾ ਲੱਗਾ, ਸਾਰੀ ਗੱਲ ਮਹਾਂਪੁਰਖਾਂ ਕੋਲੇ ਪਹੁੰਚ ਗਈ, ਤੇ ਆਪ ਜੀ ਨੇ ਸੰਤ ਭਾਈ ਮਨੀ ਸਿੰਘ ਜੀ ਨੂੰ ਬਹੁਤ ਵੱਡੀ ਤਾੜਨਾ ਕੀਤੀ। ਕਹਿਣ ਲੱਗੇ, ਭਾਈ ਇਹ ਤੂੰ ਅਜਰ ਕਿਉਂ ਨਹੀਂ ਜਰਿਆ? ਇਹ ਅਜਰ ਜਰਨਾ ਹੁੰਦਾ। ਅਜਰ ਵਸਤੂ ਨੇ, ਜਿਨ੍ਹਾਂ ਨੇ ਅਜਰ ਵਸਤੂ ਨੂੰ ਜਰ ਲਿਆ, ਉਹੀ ਪਰਮ ਪਦ ਦੇ ਅਧਿਕਾਰੀ ਬਣੇ ਹੈ। ਸੋ ਸਾਧ ਸੰਗਤ ਜੀ, ਕੋਈ ਨਾਸਤਿਕ ਬੰਦੇ ਨੇ ਇਹ ਗੱਲ ਅਫਰੀਕਾ ਵਿੱਚ ਕਹੀ ਕਿ ਗੁਰੂ ਨਾਨਕ ਸਾਹਿਬ ਨੇ ਰੀਠਿਆਂ ਤੋਂ ਉਹਨਾਂ ਨੂੰ ਅੰਮ੍ਰਿਤ ਰੂਪ ਰੀਠਿਆਂ ਦੇ ਵਿੱਚ ਬਦਲ ਦਿੱਤਾ, ਰੀਠਾ ਸਾਹਿਬ। ਤੁਸੀਂ ਇਹ ਸਾਖੀਆਂ ਇਤਿਹਾਸ ਸੁਣਾਉਂਦੇ ਹੋ, ਪਰ ਮੈਂ ਨਹੀਂ ਮੰਨਦਾ। ਜਿਵੇਂ ਅੱਜ ਕੱਲ੍ਹ ਦੇ ਨਾਸਤਿਕ ਪ੍ਰਚਾਰ ਕਰਦੇ ਆ
ਸੰਤਾਂ ਨੇ ਉਸੇ ਵਕਤ ਉਸੇ ਪ੍ਰਾਣੀ ਤੋਂ ਰੀਠੇ ਮੰਗਾਏ। ਕਹਿਣ ਲੱਗੇ ਜਿੰਨੇ ਮਰਜ਼ੀ ਕੌੜੇ ਰੀਠੇ ਲੈ ਕੇ ਆ। ਰੀਠੇ ਲਿਆਂਦੇ। ਸੰਤਾਂ ਨੇ ਰੀਠੇ ਲੈ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ। ਮਹਾਂਪੁਰਖ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਸ਼ਕਤੀ, ਉਹਨਾਂ ਦੀ ਕਲਾ ਸਦਾ ਹੀ ਵਰਤਦੀ ਹੈ। ਜਿਵੇਂ ਮਹਾਰਾਜ ਜੀ ਨੇ ਰੀਠਾ ਸਾਹਿਬ ਸਿੱਧਾ ਨੂੰ ਮਿੱਠੇ ਰੀਠੇ ਛੁਹਾਰਿਆਂ ਵਾਂਗੂ, ਖਜੂਰਾਂ ਵਾਂਗੂ ਅੰਮ੍ਰਿਤ ਭਰਪੂਰ ਮਠਾਸ ਨਾਲ ਭਰੇ ਰੀਠੇ ਛਕਾਏ ਸਨ, ਤੇ ਸੰਤਾਂ ਨੇ ਅਰਦਾਸ ਕੀਤੀ। ਉਹ ਨਾਸਤਕ ਬੰਦੇ ਨੇ ਜਦੋਂ ਰੀਠੇ ਛਕੇ ਨਾ, ਉਹਦੇ ਵਿੱਚ ਇਉਂ ਰਸ ਆਇਆ ਜਿਵੇਂ ਖਜੂਰਾਂ ਵਿੱਚੋਂ ਰਸ ਟਪਕਦਾ ਹੈ, ਮਠਾਸ ਨਾਲ ਭਰੇ ਹੋਏ ਸਨ। ਉਸੇ ਵਕਤ ਹੀ ਚਰਨਾਂ ਵਿੱਚ ਹੱਥ ਜੋੜ ਕੇ ਢਹਿ ਪਿਆ, ਕਹਿਣ ਲੱਗਾ ਮਹਾਰਾਜ ਖਿਮਾ ਕਰੋ। ਮਹਾਂਪੁਰਖ ਕਹਿੰਦੇ ਗੁਰਸਿੱਖੀ ਧਾਰਨ ਕਰ ਜੇ ਖਿਮਾ ਲੈਣੀ, ਅੰਮ੍ਰਿਤ ਛਕ ਗੁਰੂ ਕਾ, ਗੁਰੂ ਵਾਲਾ ਬਣ। ਉਹਨੂੰ ਗੁਰਸਿੱਖ ਸਜਾਇਆ। ਐਸੀ ਕਰਨੀ ਦੇ ਮਾਲਕ ਉਹਨਾਂ ਦੀ ਸੰਗਤ ਸੰਤ ਭਾਈ ਪੂਰਨ ਸਿੰਘ ਜੀ ਕਰੀਚੋ ਵਾਲਿਆਂ ਨੇ ਕੀਤੀ। ਉਹਨਾਂ ਮਹਾਂਪੁਰਖਾਂ ਨੇ ਵੀ ਬਹੁਤ ਵੱਡੀ ਕਮਾਈ, ਭਗਤੀ, ਸੇਵਾ, ਸਿਮਰਨ, ਬੰਦਗੀ ਦੇ ਆਸਰੇ ਅਫਰੀਕਾ ਦੀਆਂ ਸੰਗਤਾਂ ਨੂੰ, ਇੱਥੋਂ ਦੀਆਂ ਸੰਗਤਾਂ ਨੂੰ ਬਾਣੀ ਨਾਲ, ਨਾਮ ਨਾਲ ਜੋੜਿਆ। ਉਹਨਾਂ ਤੋਂ ਬਾਅਦ ਸੰਤ ਭਾਈ ਨਿਰੰਗ ਸਿੰਘ ਜੀ ਹੋਏ, ਜਿਨ੍ਹਾਂ ਨੇ ਇਸ ਸਥਾਨ ਤੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ। ਲਗਭਗ 90-91 ਦਾ ਜ਼ਿਕਰ ਹੈ। ਆਪ ਜੀ ਇੱਥੋਂ ਸੰਗਤਾਂ ਨਾਲ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਦੇ ਦਰਸ਼ਨ ਕਰਨ ਵਾਸਤੇ ਗਏ। ਬਾਬਾ ਜੀ ਉੱਥੇ ਮੌਕੇ ਤੇ ਮੌਜੂਦ ਨਹੀਂ ਸਨ, ਫਿਰ ਦਾਸ ਉੱਥੇ ਉਦੋਂ ਸੀ। ਫਿਰ ਬਾਬਾ ਜੀ ਦੇ ਨਾਲ ਬਹੁਤ ਸਿੰਘ ਸਨ, ਔਰ ਮਹਾਂਪੁਰਖਾਂ ਦੇ ਨਾਲ ਮਿਲ ਕੇ ਬਹੁਤ ਸਾਰੀ ਸੰਗਤ ਨੂੰ, ਜਥੇ ਨੂੰ ਮਿਲੇ। ਬਹੁਤ ਪ੍ਰਸੰਨ ਹੋਏ ਸਿੰਘਾਂ ਦੀ ਰਹਿਣੀ ਬਹਿਣੀ ਵੇਖ ਕੇ, ਔਰ ਕਾਫੀ ਸਮਾਂ ਹੈੱਡਕੁਆਟਰ ਤੇ ਰਹੇ। ਫਿਰ ਬਾਬਾ ਜੀ ਨੂੰ ਜਦੋਂ ਆ ਗਏ, ਬਾਬਾ ਜੀ ਨੂੰ ਇਹਨਾਂ ਮਹਾਂਪੁਰਖਾਂ ਨੂੰ ਮਿਲਾਇਆ। ਕਾਫੀ ਸਮਾਂ ਵਾਰਤਾਲਾਪ ਵਚਨ ਇਹ ਸਤਿਪੁਰਸ਼ ਕਰਦੇ ਰਹੇ। ਉਹਨਾਂ ਮਹਾਂਪੁਰਖਾਂ ਤੋਂ ਉਪਰੰਤ ਸੰਤ ਭਾਈ ਮਹਿੰਦਰ ਸਿੰਘ ਸਾਹਿਬ ਜੀ ਜੋ ਇਸ ਸਥਾਨ ਤੇ ਸੇਵਾਵਾਂ ਕਰ ਰਹੇ ਹੈ, ਬਹੁਤ ਵੱਡੀਆਂ ਵਡਮੁੱਲੀਆਂ ਇਸ ਜਥੇਬੰਦੀ ਦੀਆਂ ਸੇਵਾਵਾਂ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੋਨੇ ਦੀ ਸੇਵਾ ਕਰਵਾਈ, ਔਰ ਉਸ ਤੋਂ ਬਾਅਦ ਲਗਭਗ ਪੌਣੇ 300 ਸਾਲ ਬਾਅਦ ਸੰਤ ਭਾਈ ਮਹਿੰਦਰ ਸਿੰਘ ਜੀ ਕਰੀਚੋ ਵਾਲੇ, ਇਹਨਾਂ ਨੇ ਜਾ ਕਰਕੇ ਉਹ ਸੇਵਾ, ਸੋਨਾ ਲਗਵਾਉਣ ਦੀ ਸੇਵਾ ਕਰਵਾਈ, ਔਰ ਅੰਦਰਲੀ ਮੀਨਾਕਾਰੀ ਸੋਨੇ ਦੀ ਸੇਵਾ ਹੁਣ ਵੀ ਜਾਰੀ ਹੈ। ਤਖਤ ਸ੍ਰੀ ਦਮਦਮਾ ਸਾਹਿਬ ਜੀ ਦੀਆਂ ਸੇਵਾਵਾਂ, ਤਖਤ ਸ੍ਰੀ ਪਟਨਾ ਸਾਹਿਬ ਜੀ ਦੀਆਂ ਸੇਵਾਵਾਂ, ਤਖਤ ਸ੍ਰੀ ਹਜ਼ੂਰ ਸਾਹਿਬ ਸਰਾਵਾਂ ਲੰਗਰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਰਾਵਾਂ ਅਤੇ ਲੰਗਰ, ਇਹ ਬਹੁਤ ਵੱਡੀਆਂ ਸੇਵਾਵਾਂ। ਸੋ ਸਾਧ ਸੰਗਤ ਜੀ, ਲਗਭਗ 5 ਤਖਤਾਂ ਤੇ ਵੱਡੇ ਵੱਡੇ ਗੁਰ ਸਥਾਨਾਂ ਤੇ ਮਹਾਂਪੁਰਖਾਂ ਵੱਲੋਂ ਇਹ ਸੇਵਾਵਾਂ ਜਾਰੀ ਹਨ। ਇਹ ਕਿਰਪਾ, ਇਹ ਬਰਕਤ ਸਾਰੀ ਨਾਮ ਦੀ ਹੈ। ਉਹਨਾਂ ਪਿੱਛੇ ਜਗ ਭੁੰਚੈ ਭੋ ਗਈ, ਉਹਨਾਂ ਪਿਆਰਾ ਰੱਬ ਉਨਾਹ ਜੋ ਗਈ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸੋ ਸਾਧ ਸੰਗਤ ਜੀ, ਐਸਾ ਇਹ ਮਹਾਂਪੁਰਖਾਂ ਦਾ ਲਾਇਆ ਹੋਇਆ ਬੂਟਾ, ਔਰ ਇੱਥੇ ਵੀ ਸਤਿਗੁਰੂ ਜੀ ਦੀ ਕਿਰਪਾ ਨਾਲ ਅੰਮ੍ਰਿਤ ਸੰਚਾਰ ਦੇ ਪ੍ਰਵਾਹ ਚੱਲਦੇ ਆ, ਗੁਰਬਾਣੀ ਦੇ ਪ੍ਰਵਾਹ ਚੱਲਦੇ ਆ, ਨਾਮ ਦਾ ਪ੍ਰਵਾਹ ਕਿੰਨਾ ਭਾਰੀ ਚੱਲ ਰਿਹਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ 3 ਉਪਦੇਸ਼ ਸਾਨੂੰ ਦਿੱਤੇ ਸਨ: ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ। ਤਿੰਨੇ ਉਪਦੇਸ਼ਾਂ ਨੂੰ ਅਮਲੀ ਜਾਮਾ ਇੱਥੇ ਪਹਿਨਾਇਆ ਜਾਂਦਾ ਹੈ। ਗੁਰੂ ਕੇ ਸਿੰਘ ਮਹਾਂਪੁਰਖਾਂ ਦੀ ਸੰਗਤ ਕਰਨ ਵਾਲੇ ਦਸਾਂ ਨਹੁੰ ਦੀ ਕਿਰਤ ਵੀ ਕਰਦੇ ਆ, ਦਸਵੰਧ ਦੇ ਕੇ ਵੰਡ ਕੇ ਵੀ ਛਕਦੇ ਆ, ਤੇ ਨਾਮ ਵੀ ਜਪਦੇ ਆ। ਤਿੰਨੇ ਉਪਦੇਸ਼ਾਂ ਦੀ ਕਮਾਈ ਕੀਤੀ ਜਾਂਦੀ ਹੈ। ਸੋ ਸਾਧ ਸੰਗਤ ਜੀ, ਮਹਾਂਪੁਰਖਾਂ ਦਾ ਜਥੇਬੰਦੀ ਨਾਲ, ਦਮਦਮੀ ਟਕਸਾਲ ਨਾਲ ਬਹੁਤ ਸਨੇਹ ਹੈ। ਜਦੋਂ 1997 ਚ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਇੰਗਲੈਂਡ ਦੇ ਵਿੱਚ ਆਏ ਸਨ, ਉਦੋਂ ਸੰਤ ਬਾਬਾ ਮਹਿੰਦਰ ਸਿੰਘ ਜੀ ਨੇ ਇੱਥੋਂ ਦਾ ਪ੍ਰੋਗਰਾਮ ਬਣਾਇਆ, ਔਰ ਬਾਬਾ ਜੀ ਨੂੰ ਬਹੁਤ ਪ੍ਰੇਮ, ਸਤਿਕਾਰ ਔਰ ਸਨਮਾਨ ਨਾਲ ਇਸ ਸਥਾਨ ਤੇ ਸਾਰੇ ਜਥੇ ਸਮੇਤ ਲੈ ਕੇ ਆਏ। ਸਾਰੇ ਸਥਾਨ ਦੇ ਦਰਸ਼ਨ ਕਰਵਾਏ,
ਕਥਾ ਕੀਰਤਨ ਦੇ ਸਮਾਗਮ ਕੀਤੇ ਔਰ ਬਹੁਤ ਬਾਬਾ ਜੀ ਦਾ ਸਤਿਕਾਰ ਕੀਤਾ ਸੀ। ਸੋ ਉਹ ਸਮਾਂ ਮੈਂ ਆਪਣੀ ਅੱਖੀਂ ਵੇਖਿਆ। ਉਹ ਵੀ ਇੱਕ ਵਿਲੱਖਣੀ ਸਾਧ ਸੰਗਤ ਜੀ ਮੌਕਾ ਔਰ ਸਮਾਂ ਸੀ ਜਦੋਂ ਸੰਗਤਾਂ ਦੇ ਵਿੱਚ ਬੜਾ ਭਾਰੀ ਉਮਾਸ ਸੀ। ਸੋ ਰੋਹ ਵਿਚਾਰ ਆਪਾਂ ਲੰਮਾ ਸਮਾਂ ਨਾ ਲਾਈਏ। ਅੱਜ ਭਗਤ ਬਾਬਾ ਫਰੀਦ ਸਾਹਿਬ ਜੀ ਦਾ ਵੀ ਜਨਮ ਦਿਹਾੜਾ ਹੈ। ਵੈਸੇ ਤਾਂ ਜੰਮਣ ਮਰਨ ਨਾ ਤਿੰਨ ਕੋ ਜੋ ਹਰ ਲੜ ਲਾਗੇ। ਜਿਹੜੇ ਪਰਮੇਸ਼ਰ ਦੇ ਪਿਆਰੇ ਉਹ ਜੰਮਣ ਮਰਨ ਦੀ ਕੈਦ ਤੋਂ ਉੱਤੇ ਹੁੰਦੇ ਆ। ਸੋ ਦੂਸਰਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਸਿੱਧ ਪੁਰਸ਼ ਮਹਾਂਪੁਰਖ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ, ਉਹਨਾਂ ਦਾ ਵੀ ਅੱਜ ਜਨਮ ਦਿਵਸ ਕਹਿ ਲਓ, ਆਗਮਨ ਦਿਵਸ ਹੈ। ਉਹਨਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜੀ ਦੀ ਪਾਵਨ ਕੁੱਖ ਤੋਂ ਸ੍ਰੀ ਸੁਲਤਾਨਪੁਰ ਸਾਹਿਬ ਵਿਖੇ ਅੱਜ ਦੇ ਦਿਨ ਜਨਮ ਧਾਰਿਆ। ਸਾਧ ਸੰਗਤ ਜੀ, ਕਿੰਨਾ ਜਪ ਤਪ ਕੀਤਾ, ਕਿੰਨੀ ਘਾਲਣਾ ਕੀਤੀ। 60 ਵਰੇ 62 ਸਾਲ ਪਠਾਨਕੋਟ ਕੋਲੇ 62 ਸਾਹਿਬ ਉੱਥੇ ਹੀ ਤਪ ਕਰਦੇ ਰਹੇ, ਭਜਨ ਕਰਦੇ ਰਹੇ, ਸਿਮਰਨ ਕਰਦੇ ਰਹੇ। ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਗਏ। ਗੁਰੂ ਪੁੱਤਰ ਸਨ, ਸਾਰੇ ਗੁਰੂ ਸਾਹਿਬਾਨ ਸਤਿਕਾਰ ਕਰਦੇ ਸਨ। ਐਸੀ ਨਿਰਵਿਕਲਪ ਸਮਾਧੀ ਵਿੱਚ ਬੈਠੇ 6 ਮਹੀਨੇ ਸਮਾਧੀ ਨਹੀਂ ਖੁੱਲੀ। ਸੋ ਐਸੀਆਂ ਐਸੀਆਂ ਸਮਾਧੀਆਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਮਾਲਕ ਸ੍ਰੀ ਗੁਰੂ ਅਮਰਦਾਸ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ 6 ਮਹੀਨੇ ਚੁਬਾਰਾ ਸਾਹਿਬ ਸਮਾਧੀ ਵਿੱਚ ਬੈਠੇ ਰਹਿੰਦੇ ਸਨ ਔਰ ਆਲੇ ਦੁਆਲੇ ਮੱਕੜੀਆਂ ਜਾਲਾ ਪਾ ਲੈਂਦੀਆਂ ਸਨ। ਐਸੀ ਉਹਨਾਂ ਦੀ ਅਡੋਲ ਔਰ ਨਿਰਵਿਕਲਪ ਸਮਾਧੀ ਦੀ ਲੀਨਤਾ ਸੀ। ਤੋਂ 6 ਮਹੀਨਿਆਂ ਬਾਅਦ ਬਾਬਾ ਸ਼੍ਰੀ ਚੰਦ ਸਾਹਿਬ ਜੀ ਸਮਾਧੀ ਵਿੱਚੋਂ ਉੱਠੇ ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਬਹੁਤ ਵੱਡਾ ਸਨਮਾਨ ਔਰ ਸਤਿਕਾਰ ਕੀਤਾ। ਔਰ 6ਵੇਂ ਪਾਤਸ਼ਾਹ ਤੱਕ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਦਾ ਕਿੰਨਾ ਸਨਮਾਨ ਸੀ ਕਿ ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ 500 ਰੁਪਇਆ ਇੱਕ ਘੋੜਾ ਤੇ ਬਸਤਰ ਸਾਲ ਦਾ ਬਾਬਾ ਜੀ ਨੂੰ ਇਹ ਨਜ਼ਰਾਨਾ ਗੁਰੂ ਘਰ ਵੱਲੋਂ ਭੇਜਿਆ ਜਾਂਦਾ ਸੀ। 500 ਰੁਪਇਆ ਬਸਤਰ ਔਰ ਸੁੰਦਰ ਘੋੜਾ ਸਾਲ 'ਚ ਇੱਕ ਵਾਰੀ ਧੰਨ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਜੀ ਤੱਕ ਬਾਬਾ ਸ਼੍ਰੀ ਚੰਦ ਜੀ ਨੂੰ ਭੇਜੇ ਜਾਂਦੇ ਸਨ। ਸਾਧ ਸੰਗਤ ਜੀ, ਕਿਤਨੀ ਕਰਨੀ ਦੇ ਮਾਲਕ ਸਨ, ਬਾਲ ਅਵਸਥਾ ਤੋਂ ਸਿੱਧ ਸਨ। ਇੱਕ ਵਾਰੀ ਕੋਈ ਭਿਖਾਰੀ ਸੁਲਤਾਨਪੁਰ ਸਾਹਿਬ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਮੰਗਣ ਆ ਗਿਆ। ਭਿਖਾਰੀ ਨੇ ਅਲਖ ਜਗਾਈ, ਬਾਬਾ ਜੀ ਨੇ ਛੋਲਿਆਂ ਦੀ ਮੁੱਠ ਭਰੀ ਤੇ ਉਹਦੀ ਝੋਲੀ ਵਿੱਚ ਪਾ ਦਿੱਤੀ। ਉਹ ਭਿਖਾਰੀ ਨੂੰ ਥੋੜਾ ਮਨ ਦੇ ਵਿੱਚ ਰੋਸ ਆਇਆ ਕਿ ਮੈਂ ਮੰਗਣ ਵਾਸਤੇ ਆਇਆ ਸੀ ਕੁਝ, ਤੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚੋਂ ਇੱਕ ਅਨਾਜ ਦੀ ਮੁੱਠੀ ਮਿਲੇ। ਗੁਰੂ ਨਾਨਕ ਸਾਹਿਬ ਆਪ ਸਰਬ ਕਲਾ ਸਮਰੱਥ ਪਰਮੇਸ਼ਰ ਦਾ ਸਰੂਪ ਹਨ। ਬਾਬਾ ਜੀ ਨੇ ਉਸ ਭਿਖਾਰੀ ਵੱਲ ਵੇਖਿਆ ਤੇ ਮੁਸਕਰਾਏ। ਜਦੋਂ ਭਿਖਾਰੀ ਨੇ ਮੁੜ ਕੇ ਖੋਲ ਕੇ ਆਪਣੀ ਸਾਧ ਸੰਗਤ ਦੀ ਝੋਲੀ ਵੇਖੀ ਤਾਂ ਉਹ ਹੀਰਿਆਂ ਦੀ ਭਰੀ ਹੋਈ ਸੀ। ਐਸੀ ਬਰਕਤ ਦੇ ਮਾਲਕ ਸਨ ਬਾਬਾ ਸ਼੍ਰੀ ਚੰਦ ਸਾਹਿਬ। ਸਾਧ ਸੰਗਤ ਜੀ, ਇੰਨੀ ਕਮਾਈ, ਇੰਨੀ ਘਾਲਣਾ ਕਰਕੇ ਮੈਂ ਤਾਂ ਬੇਨਤੀਆਂ ਕਰਦਾ, ਕੁਝ ਲੋਕ ਗੁਰੂ ਪੁੱਤਰਾਂ ਦੇ ਸਨਮਾਨ ਦੇ ਉਲਟ ਬੜਾ ਗਲਤ ਪ੍ਰਚਾਰ ਸਾਡੇ ਵਿੱਚ ਕਰ ਰਹੇ ਹੈ। ਬਾਬਾ ਸ਼੍ਰੀ ਚੰਦ ਜੀ ਨੇ ਅਖੀਰ ਜਦੋਂ ਆਪਣਾ ਤਪ, ਆਪਣੀ ਸਾਧਨਾ ਸੰਪੂਰਨ ਕੀਤੀ, ਸਿੱਖੀ ਦਾ ਪ੍ਰਚਾਰ ਪ੍ਰਸਾਰ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਕੀਤਾ। ਸਭ ਤੋਂ ਵੱਡੀ ਉਮਰ ਦੇ ਹੋਏ ਸਰੀਰ ਕਰਕੇ ਕੀਰਤਪੁਰ ਸਾਹਿਬ 6ਵੇਂ ਪਾਤਸ਼ਾਹ ਜੀ ਨੂੰ ਮਿਲੇ। 6ਵੇਂ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਕਿੰਨੇ ਸਾਹਿਬਜ਼ਾਦੇ ਹਨ? ਮਹਾਰਾਜ ਕਹਿਣ ਲੱਗੇ, 5 ਸਾਹਿਬਜ਼ਾਦੇ ਹਨ। ਕਹਿਣ ਲੱਗੇ, ਮਹਾਰਾਜ ਜੀ ਇੱਕ ਸਾਹਿਬਜ਼ਾਦਾ ਸਾਨੂੰ ਦਿਓ। ਮਹਾਰਾਜ ਕਹਿੰਦੇ, ਜਿਹੜਾ ਤੁਸੀਂ ਰੱਖਣਾ ਉਸੇ ਨੂੰ ਰੱਖ ਲਓ। ਤਾਂ ਫਿਰ ਬਾਬਾ ਗੁਰਦਿੱਤਾ ਜੀ ਵੱਲ ਇਸ਼ਾਰਾ ਕਰਕੇ ਕਹਿੰਦੇ, ਸਾਡੇ ਪਿਤਾ ਜੀ ਦੇ ਨੈਣ ਨਕਸ਼ ਅਤੇ ਨੁਹਾਰ ਤੇ ਨੂਰਾਨੀ ਜੋਤ ਇਹਨਾਂ ਦੇ ਵਿੱਚੋਂ ਝਲਕਦੀ ਹੈ, ਇਹ ਸਾਨੂੰ ਦੇ ਦਿਓ। ਜਿਹੜਾ ਸਾਡਾ ਤਪ ਤਿਆਗ ਗੁਰੂ ਨਾਨਕ ਸਾਹਿਬ ਜੀ ਕੋਲੋਂ ਅਸੀਂ ਲੈ ਕੇ ਕਮਾਇਆ, ਮਹਾਰਾਜ ਉਹ ਵੀ ਤੁਹਾਡੇ ਘਰ ਵਿੱਚ ਹੀ ਅਸੀਂ ਝੋਲੀ 'ਚ ਪਾ ਦੇਣਾ। ਇੰਨਾ ਵੱਡਾ ਸਿੱਖ ਪੰਥ ਨੂੰ ਸਮਰਪਿਤ ਰਹੇ ਬਾਬਾ ਸ਼੍ਰੀ ਚੰਦ ਸਾਹਿਬ ਜੀ।
ਜਦੋਂ ਇਹ ਪਰੰਪਰਾ ਵਿੱਚ ਸਾਰੇ ਬਚਨ ਆਉਂਦੇ ਆ, ਜਦੋਂ ਗੋਇੰਦਵਾਲ ਸਾਹਿਬ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣ ਦੇ ਮਸਲੇ ਤੇ ਪਿਰਥੀ ਨੇ ਵਿਖਾਦ ਖੜਾ ਕਰਤਾ। ਗੁਰਤਾ ਗੱਦੀ ਤਾਂ ਅੰਮ੍ਰਿਤਸਰ ਸਾਹਿਬ ਹੋਈ, ਪਰ ਸੰਸਕਾਰ ਚੌਥੇ ਪਾਤਸ਼ਾਹ ਜੀ ਦਾ ਗੋਇੰਦਵਾਲ ਸਾਹਿਬ ਹੋਇਆ। ਭੋਗ 10ਵੇਂ ਦਿਨ ਤੇ ਪਿਰਥੀਏ ਨੇ ਬਹੁਤ ਵੱਡਾ ਵਿਖਾਦ ਖੜਾ ਕੀਤਾ। ਬਾਬਾ ਜੀ ਵੀ ਆਏ ਹੋਏ ਸਨ, ਬਾਬਾ ਬੁੱਢਾ ਜੀ ਵੀ, ਗੁਰੂ ਕੇ ਸਿੱਖ ਵੀ। ਤਾਂ ਉਸ ਵਕਤ ਪਿਰਥੀ ਚੰਦ ਕਹਿਣ ਲੱਗਾ, ਮੇਰਾ ਹੱਕ ਹੈ, ਮੇਰਾ ਹੱਕ ਮੈਨੂੰ ਦਿੱਤਾ ਜਾਏ। ਉਸ ਵਕਤ ਬਾਬਾ ਜੀ ਕਹਿਣ ਲੱਗੇ, ਗੁਰੂ ਪਰਿਵਾਰ ਨੂੰ, ਭਾਈ ਮੋਹਰੀ ਜੀ ਨੂੰ ਬੁਲਾਇਆ, ਕਹਿੰਦੇ ਸਿੰਘਾਸਣ ਲਾਓ, ਚੰਦੋਆ ਲਾਓ, ਸਾਰੀ ਤਿਆਰੀ ਕਰੋ। ਜਦੋਂ ਸਾਰੀ ਤਿਆਰੀ ਹੋਈ ਤਾਂ ਬਾਬਾ ਜੀ ਨੇ ਆਪ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਹੱਥ ਵਿੱਚ ਹੱਥ ਲੈ ਕੇ ਸਿੰਘਾਸਣ ਤੇ ਬਿਠਾਇਆ। ਪਿਰਥੀ ਚੰਦ ਨੂੰ ਕਹਿਣ ਲੱਗੇ, ਪਿਰਥੀ ਚੰਦ ਤੂੰ ਆਪਣੇ ਪਿਤਾ ਦੀ ਪੱਗ ਲੈ ਸਕਦਾ, ਦਸਤਾਰ ਲੈ ਸਕਦਾ, ਪਰ ਗੁਰੂ ਪਦਵੀ ਨਹੀਂ ਤੈਨੂੰ ਚੌਥੇ ਪਾਤਸ਼ਾਹ ਨੇ ਦਿੱਤੀ। ਗੁਰੂ ਪਦਵੀ ਦੇ ਅਧਿਕਾਰੀ ਧੰਨ ਗੁਰੂ ਅਰਜਨ ਦੇਵ ਜੀ ਹੈ। ਅਸੀਂ ਵੀ ਇਹਨਾਂ ਨੂੰ ਗੁਰੂ ਮੰਨਦੇ ਹਾਂ, ਤੁਸੀਂ ਵੀ ਇਹਨਾਂ ਨੂੰ ਗੁਰੂ ਮੰਨੋ, ਤੂੰ ਝਗੜਾ ਨਾ ਕਰ। ਸੋ ਵੱਡੇ ਵੱਡੇ ਮਸਲੇ ਗੁਰੂ ਘਰ ਦੇ ਉਹਨਾਂ ਨੇ ਗੁਰਮਤਿ ਦੀ ਜੁਗਤ ਵਿੱਚ ਹੀ ਸਾਧ ਸੰਗਤ ਜੀ ਸਾਰਿਆਂ ਦਾ ਨਿਰਣਾ ਕੀਤਾ ਔਰ ਉਹਨਾਂ ਮਸਲਿਆਂ ਦਾ ਹੱਲ ਕੱਢਿਆ। ਸੋ ਐਡੀ ਵੱਡੀ ਮਹਾਨ ਆਤਮਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਮੈਂ ਵਿਸਥਾਰ ਵਿੱਚ ਨਾ ਜਾਵਾਂ। ਅੱਜ ਬਾਬਾ ਸ਼੍ਰੀ ਚੰਦ ਸਾਹਿਬ ਜੀ ਦਾ ਆਗਮਨ ਦਿਹਾੜਾ ਹੈ। ਆਪ ਸੰਗਤਾਂ ਨੂੰ ਸੰਤ ਭਗਤ ਗੁਰਸਿੱਖ ਹੈ, ਜਗ ਤਾਰਨ ਆਏ, ਸੇ ਉਪਕਾਰੀ ਜਗਤ ਮੈਂ ਗੁਰਮੰਤਰ ਜਪਾਏ। ਬਾਬਾ ਫਰੀਦ ਜੀ ਦੇ ਆਗਮਨ ਦਿਹਾੜੇ ਦੀ, ਬਾਬਾ ਸ਼੍ਰੀ ਚੰਦ ਜੀ ਦੇ ਆਗਮਨ ਦਿਹਾੜੇ ਦੀ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਸੋ ਆਓ ਸਾਧ ਸੰਗਤ ਜੀ, ਮਨ ਬਿਰਤੀ ਨੂੰ ਇਕਾਗਰ ਕਰ ਲਓ। ਧੰਨ ਗੁਰੂ ਅਰਜਨ ਦੇਵ ਜੀ ਦਾ ਇਹ ਪਾਵਨ ਪਵਿੱਤਰ ਗੁਰ ਇਤਿਹਾਸ ਹੈ। ਇਸ ਦੀ ਕਥਾ ਦਾ ਇੱਕ ਪ੍ਰਸੰਗ ਆਪ ਸੰਗਤਾਂ ਸੁਣੋ ਬੜੇ ਪ੍ਰੇਮ ਦੇ ਨਾਲ। ਸ੍ਰੀ ਅੰਮ੍ਰਿਤਸਰ ਸਾਹਿਬ ਭਾਈ ਸਮੁੰਦਾ ਨਾਮ ਦਾ ਇੱਕ ਸਿੱਖ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਇਆ ਹੈ। ਉਸ ਸਿੱਖ ਨੇ ਜੋ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ, ਉਹ ਬੇਨਤੀ ਸਤਿਗੁਰੂ ਮਹਾਰਾਜ ਜੀ ਪ੍ਰਵਾਨ ਕਰਕੇ ਉਸ ਨੂੰ ਆਪ ਕਿਰਪਾ ਕਰਕੇ ਪਰਮ ਪਵਿੱਤਰ, ਸਨਮੁਖ ਔਰ ਬੇਮੁਖ ਇਹ ਸਾਰੇ ਲਕਸ਼ਣ ਕਰਕੇ ਉਸ ਨੂੰ ਗੁਰਸਿੱਖੀ ਦੀ ਜੁਗਤ ਅਨੁਸਾਰ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ ਰਹੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਮ ਸਮੁੰਦਾ ਇੱਕ ਚਲ ਆਇਓ। ਭਾਈ ਸਮੁੰਦਾ ਨਾਮ ਦਾ ਇੱਕ ਗੁਰੂ ਕਾ ਸਿੱਖ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਇਆ। ਸ੍ਰੀ ਅਰਜਨ ਕੋ ਸੀਸ ਨਵਾਇਓ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਧਰਤੀ ਤੇ ਮਸਤਕ ਲਾ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਬੈਠ ਨਿਕਟ ਮੁਖ ਬਾਕ ਬਖਾਨੇ। ਸਤਿਗੁਰੂ ਜੀ ਦੇ ਕੋਲੇ ਖੜੇ ਹੋ ਕੇ, ਬੈਠਦਾ ਅਰਥ ਬੈਠਣਾ ਵੀ ਹੈ, ਖੜੇ ਵੀ ਹੋਣਾ, ਸਥਿਤ ਹੋਣਾ ਹੁੰਦਾ ਹੈ। ਇਉਂ ਸਤਿਗੁਰੂ ਜੀ ਦੇ ਸਨਮੁਖ ਸਥਿਤ ਹੋ ਕੇ ਬੇਨਤੀ ਕੀਤੀ ਆਪਣੇ ਮੁਖਾਰ ਬਿੰਦ ਤੋਂ। ਗੁਰੂ ਗਰੀਬ ਨਵਾਜ ਸੁਜਾਨੇ। ਇਹ ਸਾਰਿਆਂ ਦੇ ਹਿਰਦੇ ਦੀ ਜਾਣਨ ਵਾਲੇ ਅੰਤਰਜਾਮੀ ਸਤਿਗੁਰੂ ਜੀ, ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਜੀ, ਮੇਰੇ ਮਨ ਦੀ ਇੱਕ ਇੱਛਾ ਹੈ, ਸੰਕਲਪ ਹੈ, ਫੁਰਨਾ ਹੈ। ਆਪ ਕਿਰਪਾ ਕਰਕੇ ਇਸ ਸ਼ੰਕਾ ਨੂੰ ਨਿਵਰਤ ਕਰੋ, ਮੈਨੂੰ ਗਿਆਨ ਬਖਸ਼ੋ। ਸਨਮੁਖ ਬੇਮੁਖ ਕਹੀਐ ਕੌਣ। ਸਨਮੁਖ ਕਿਸ ਨੂੰ ਕਿਹਾ ਜਾਂਦਾ, ਬੇਮੁਖ ਕਿਸ ਨੂੰ ਕਿਹਾ ਜਾਂਦਾ ਹੈ। ਆਪ ਬਖਾਨੋ ਲੱਛਣ ਦੋਨ। ਦੋਨਾਂ ਦੇ ਲਕਸ਼ਣ, ਭਾਵ ਦੋਨਾਂ ਦੇ ਗੁਣ ਤੇ ਅਵਗੁਣ ਆਪ ਕਿਰਪਾ ਕਰਕੇ ਆਪਣੇ ਸੁਭਾਏਮਾਨ ਮੁਖ ਤੋਂ ਮੈਨੂੰ ਪ੍ਰਗਟ ਕਰਕੇ ਦੱਸਣਾ ਕਰੋ। ਜਿਸ ਤੇ ਮੈਂ ਜਾਣੂ ਮਨ ਮਾਹੀ। ਜਿਸ ਕਰਕੇ ਮਨ ਵਿੱਚ ਮੈਂ ਜਾਣ ਸਕਾਂ ਕਿ ਸਨਮੁਖ ਕੌਣ ਹੈ, ਬੇਮੁਖ ਕੌਣ ਹੈ। ਅਸੀਂ ਸਨਮੁਖ ਰਹੀਏ, ਬੇਮੁਖ ਦੇ ਰਸਤੇ ਤੇ ਨਾ ਪਈਏ, ਬੇਮੁਖ ਨਾ ਬਣੀਏ। ਸਨਮੁਖ ਬਣੋ ਬੇਮੁਖ ਹੋਏ ਨਾਹੀ। ਗੁਰਸਿੱਖ ਸਨਮੁਖ ਬਣਦਾ ਗੁਰੂ ਦੇ, ਬੇਮੁਖ ਨਹੀਂ ਕਦੇ ਹੁੰਦਾ ਗੁਰੂ ਤੋਂ, ਕਿਉਂਕਿ ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ, ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਗੁਰ ਕਹਿਓ ਹੋਤ ਬੜ ਸਾਹੂ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਜਿਵੇਂ ਕੋਈ ਵੱਡਾ ਸ਼ਾਹੂਕਾਰ ਅਮੀਰ ਧਨੀ ਪੁਰਸ਼ ਹੁੰਦਾ ਹੈ, ਕਾਰਜ ਕਰਨ ਪਠਾਵੇ ਕਾਹੂ। ਕਿਸੇ ਆਪਣੇ ਨੌਕਰ ਨੂੰ ਕੋਈ ਡਿਊਟੀ ਲਾ ਕੇ ਕੰਮ ਕਰਨ ਵਾਸਤੇ ਭੇਜਦਾ,
ਕਿ ਭਾਈ ਤੇਰੇ ਜਿੰਮੇ ਇਹ ਡਿਊਟੀ ਇਹ ਕੰਮ ਲਾਇਆ ਜਾਂਦਾ, ਤੂੰ ਕਰਕੇ ਆਉਣਾ ਕਰ। ਬੋਧ ਤੇ ਬਲ ਤੇ ਪ੍ਰੇਮ ਲਗਾਏ। ਜਿਹੜਾ ਵਫਾਦਾਰ ਨੌਕਰ ਤੇ ਇਮਾਨਦਾਰ ਹੁੰਦਾ ਨਾ, ਉਹ ਸਰੀਰ ਦਾ ਬਲ ਜ਼ੋਰ ਲਾ ਕੇ ਵੀ, ਬੁੱਧੀ ਦੀ ਸਿਆਣਪ ਨਾਲ ਵੀ, ਤੇ ਪ੍ਰੇਮ ਦੇ ਨਾਲ ਵੀ, ਤਿੰਨਾਂ ਨੂੰ ਨਾਲ ਲੈ ਕੇ ਜੋ ਕਾਰਜ ਕੋ ਲੇਤ ਬਣਾਏ। ਸੋ ਕਾਰਜ ਕੋ ਲੇਤ ਬਣਾਏ, ਉਹ ਕਾਰਜ ਨੂੰ ਜੁਗਤ ਦੇ ਨਾਲ, ਸਾਰੀ ਨੂੰ ਜੁਗਤ ਵੀ ਵਰਤਦਾ, ਬੁੱਧੀ ਨਾਲ ਜੁਗਤ ਵਰਤੀ ਜਾਂਦੀ ਹੈ। ਸਾਧ ਸੰਗਤ ਜੀ, ਕਈ ਵਾਰੀ ਬਲ ਬਹੁਤ ਹੁੰਦਾ, ਬੁੱਧੀ ਨਾ ਹੋਵੇ ਤਾਂ ਬੰਦੇ ਦਾ ਕੰਮ ਅਧੂਰਾ ਰਹਿ ਜਾਂਦਾ। ਜੇ ਪ੍ਰੇਮ ਵੀ ਨਾ ਹੋਵੇ ਤਾਂ ਵੀ ਕਾਰਜ ਸਿਰੇ ਨਹੀਂ ਕਦੇ ਚੜ੍ਹਦਾ। ਇਸ ਕਰਕੇ ਸਿਆਣਪ ਵੀ ਜ਼ਰੂਰੀ ਹੈ, ਸਰੀਰਕ ਸਮਰੱਥਾ ਵੀ ਜ਼ਰੂਰੀ ਹੈ, ਤੇ ਪ੍ਰੇਮ ਵੀ ਜ਼ਰੂਰੀ ਹੈ। ਪ੍ਰੇਮ ਚ ਹੁੰਦੀ ਹੈ ਸਮਰਪਿਤ ਭਾਵਨਾ, ਸਮਰਪਣ ਹੋਣਾ, ਵੀ ਇਹ ਕਾਰਜ ਮੇਰੇ ਜੁੰਮੇ ਲਾਤਾ, ਇਹ ਮੈਂ ਕਰਕੇ ਹੀ ਆਉਣਾ, ਇਹ ਤੋਂ ਬਿਨਾਂ ਨਹੀਂ ਮੁੜਦਾ। ਇਹ ਪ੍ਰੇਮ ਦੀ ਭਾਵਨਾ। ਪਰ ਇਹ ਕਿਵੇਂ ਹੋਏਗਾ? ਉਹਦੀ ਜੁਗਤ ਬਣਾਉਣੀ, ਸਿਆਣਪ ਤਰੀਕਾ। ਔਰ ਇਸੇ ਤਰ੍ਹਾਂ ਜਿੱਥੇ ਸਰੀਰ ਦੇ ਬਲ ਦੀ ਲੋੜ ਹੈ, ਉੱਥੇ ਸਰੀਰ ਦੀ ਤਾਕਤ ਵੀ ਲਾਉਣੀ। ਇਸ ਕਰਕੇ ਉਹ ਫਿਰ ਹਰ ਤਰ੍ਹਾਂ ਦੀ ਮਿਹਨਤ ਮਸ਼ੱਕਤ ਕਰਕੇ ਉਹ ਕਾਰਜ ਨੂੰ ਪੂਰਾ ਕਰ ਲੈਂਦਾ ਹੈ, ਬਣਾ ਲੈਂਦਾ ਹੈ। ਉਹ ਸਨਮੁਖ ਆਵਤ ਚਲ ਸਾਹੂ। ਉਹ ਫਿਰ ਜਦੋਂ ਕਾਰਜ ਪੂਰਾ ਕਰ ਲੈਂਦਾ ਨਾ, ਫਿਰ ਚੱਲ ਕੇ ਆਪਣੇ ਮਾਲਕ ਕੋਲੇ ਸਾਹਮਣੇ ਆਉਂਦਾ, ਚੱਲ ਕੇ, ਔਰ ਬੜੀ ਪ੍ਰਸੰਨਤਾ ਨਾਲ ਆਉਂਦਾ, ਖਿੜੇ ਮੱਥੇ ਆਉਂਦਾ ਕਿ ਮੈਂ ਆਪਣੇ ਮਾਲਕ ਦਾ ਪੂਰਾ ਪੂਰਾ ਹੁਕਮ ਵਜਾਇਆ, ਆਪਣੇ ਮਾਲਕ ਦੇ ਹੁਕਮ ਉੱਤੇ ਪੂਰਾ ਪਹਿਰਾ ਦਿੱਤਾ ਹੈ, ਇਮਾਨਦਾਰੀ ਨਾਲ ਆਪਣੇ ਮਾਲਕ ਦਾ ਹੁਕਮ ਵਜਾ ਕੇ ਉਹਦੀ ਆਗਿਆ ਦਾ ਪਾਲਣ ਕੀਤਾ। ਫਿਰ ਉਹ ਮਨ ਵਿੱਚ ਪ੍ਰਸੰਨ ਹੁੰਦਾ ਕਿ ਮੈਂ ਆਪਣੇ ਮਾਲਕ ਦੀ ਆਗਿਆ ਪੂਰੀ ਕਰ ਦਿੱਤੀ ਹੈ। ਨਹੀਂ ਕਰੈ ਬੇਮੁਖ ਲਗਤਾ ਹੂੰ। ਜਿਹੜਾ ਕਾਰਜ ਤਾਂ ਦੱਸ ਦਿੱਤਾ ਪਰ ਕਰਦਾ ਨਹੀਂ, ਸਰੀਰ ਦਾ ਬਲ ਵੀ ਨਹੀਂ ਲਾਉਂਦਾ, ਮਨ ਵਿੱਚ ਪ੍ਰੇਮ ਵੀ ਨਹੀਂ, ਸਿਆਣਪ ਵੀ ਨਹੀਂ ਵਰਤਦਾ, ਤੇ ਜਿਹੜਾ ਉਹ ਕਾਰਜ ਕਰਦਾ ਨਹੀਂ ਕਰਦਾ ਨਾ, ਭਾਵ ਬਚਨ ਨਹੀਂ ਮੰਨਦਾ, ਆਗਿਆ ਨਹੀਂ ਮੰਨਦਾ, ਉਹਨੂੰ ਕੀ ਕਿਹਾ ਜਾਂਦਾ? ਉਹਨੂੰ ਬੇਮੁਖ ਜਾਣਿਆ ਜਾਂਦਾ ਹੈ। ਵਾਹਿਗੁਰੂ ਤੇ ਪਠਿਓ ਲਰਨ ਕੋ। ਕਿਉਂਕਿ ਜਿਹਨੇ ਕਾਰਜ ਨਹੀਂ ਕੀਤਾ, ਮਾਲਕ ਦੇ ਮੱਥੇ ਕਿਵੇਂ ਲੱਗੇਗਾ? ਉਹ ਨਹੀਂ ਲੱਗ ਸਕਦਾ। ਉਹਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ। ਉਹ ਮੁੜ ਕੇ ਆਉਂਦਾ ਹੀ ਨਹੀਂ ਹੈ। ਕਿਹੜਾ ਮੂੰਹ ਲੈ ਕੇ ਜਾਵਾਂ ਆਪਣੇ ਮਾਲਕ ਦੇ ਅੱਗੇ ਕਿ ਮੈਂ ਉਹਦੀ ਦਿੱਤੀ ਲਾਈ ਹੋਈ ਡਿਊਟੀ, ਜੋ ਮੇਰੇ ਜਿੰਮੇ ਫਰਜ਼ ਸੀ, ਮੈਂ ਤਾਂ ਪੂਰਾ ਹੀ ਨਹੀਂ ਕੀਤਾ, ਮੈਂ ਮੱਥੇ ਲੱਗਣ ਜੋਗਾ ਹੀ ਨਹੀਂ ਰਿਹਾ। ਉਹ ਆਉਂਦਾ ਨਹੀਂ ਹੈ। ਉਹ ਸਾਹਮਣੇ ਮੱਥੇ ਨਹੀਂ ਲੱਗਣ ਦਾ ਅਧਿਕਾਰੀ ਰਹਿ ਜਾਂਦਾ। ਫਿਰ ਉਹ ਕੌਣ ਹੈ? ਉਹ ਬੇਮੁਖ ਹੋ ਜਾਂਦਾ ਹੈ। ਇਸ ਕਰਕੇ ਦਾ ਦ੍ਰਿਸ਼ਟਾਂਤ ਦੇ ਰਹੇ ਹਨ। ਇਵੇਂ ਕਹਿੰਦੇ ਵਾਹਿਗੁਰੂ ਨੇ, ਪਰਮੇਸ਼ਰ ਨੇ ਇਹਨਾਂ ਮਨੁੱਖਾਂ ਨੂੰ ਮਾਤ ਲੋਕ ਤੇ ਭੇਜਿਆ ਹੈ। ਨਾਮਦਾਨ ਇਸ਼ਨਾਨ ਕਰਨ ਕੋ। ਜਿਹੜੇ ਭਾਈ ਨਾਮ ਜਪਦੇ ਆ, ਦਸਾਂ ਨਹੁੰ ਦੀ ਕਿਰਤ ਵਿੱਚੋਂ ਦਾਨ ਕਰਦੇ ਆ, ਤੇ ਇਸ਼ਨਾਨ ਅੰਮ੍ਰਿਤ ਵੇਲੇ ਉੱਠ ਕੇ ਕਰਦੇ ਆ। ਗੁਰਮੁਖ ਨਾਮਦਾਨ ਇਸ਼ਨਾਨ। ਪਾਛਲ ਰਾਤ ਨੀਂਦ ਕੋ ਤਿਆਗੇ। ਪਿਛਲੀ ਰਾਤ ਨੀਂਦ ਨੂੰ ਛੱਡ ਦਿੰਦੇ ਆ, ਤਿਆਗ ਦਿੰਦੇ ਆ। ਕਰੇ ਸੋਚ ਮੱਜਣ ਅਨਰਾਗੇ। ਕਰੇ ਸੋਚ ਸਰੀਰ ਦੀ ਕਿਰਿਆ ਕਰਕੇ ਫਿਰ ਭਾਈ ਦਾਤਨ ਕੁਰਲੇ ਤੋਂ ਉਪਰੰਤ ਬੜੇ ਪ੍ਰੇਮ ਨਾਲ ਇਸ਼ਨਾਨ ਕਰਦੇ ਹਨ। ਅੰਮ੍ਰਿਤ ਵੇਲੇ ਹਿਰਦੇ, ਅੰਮ੍ਰਿਤ ਵੇਲੇ ਨਿਤ ਸਤਨਾਮ। ਅੰਮ੍ਰਿਤ ਵੇਲੇ ਉੱਠ ਕੇ ਨਿਤਾ ਪ੍ਰਤੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਅਭਿਆਸ ਕਰਦੇ ਹੈ। ਕੋਈ ਵੀ ਜਾਪ ਕਰਦਾ, ਕੋਈ ਅਭਿਆਸ ਕਰਦਾ ਸੁਰਤ ਦੇ ਨਾਲ। ਪ੍ਰੀਤ ਧਰੈ ਨਿਸ਼ਕਾਮ। ਔਰ ਜਦੋਂ ਸਿਮਰਨ ਕਰਦਾ, ਪ੍ਰੀਤੀ ਰੱਖਦਾ ਮਨ ਵਿੱਚ, ਤਾਂ ਸਿਮਰਨ ਕਰਦਿਆਂ ਮਨ ਵਿੱਚ ਕੋਈ ਕਾਮਨਾ ਨਹੀਂ ਰੱਖਦਾ। ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਫਲ ਪ੍ਰਦਾਤਾ ਪਰਮੇਸ਼ਰ ਨੂੰ ਸਮਝਦਾ ਕਿ ਜੋ ਮੈਂ ਨਾਮ ਜਪਾਂਗਾ, ਸੇਵਾ ਕਰਾਂਗਾ, ਉਹਦਾ ਮੈਨੂੰ ਫਲ ਗੁਰੂ ਨੇ ਦੇਣਾ। ਗੁਰੂ ਕੋਈ ਅਗਿਆਨੀ ਮਨੁੱਖ ਨਹੀਂ ਹੈ ਕਿ ਉਹ ਜਾਣਦਾ ਨਹੀਂ ਕਿ ਮੈਂ ਕੀ ਘਾਲਣਾ ਘਾਲੀ ਹੈ। ਗੁਰੂ ਇੰਨਾ ਸਮਰੱਥ ਹੈ, ਪਤਤ ਪਾਵਨ ਹਰ ਬਿਰਦ ਸਦਾਇਕ, ਤਿਲ ਨਹੀਂ ਭੰਨੈ ਘਾਲੇ। ਪਰਮੇਸ਼ਰ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਪਤਤ ਪਾਵਨ ਦਾ ਨਾਮ ਹੈ। ਉਹ ਪਤਤ ਪਾਵਨ ਹੈ। ਬੰਦਾ ਤਿਲ ਜਿੰਨੀ ਵੀ ਘਾਲਣਾ ਘਾਲੇ ਨਾ, ਪਰਮੇਸ਼ਰ ਦੇ ਨਿਮਿਤ, ਗੁਰੂ ਦੇ ਨਿਮਿਤ, ਤਿਲ ਜਿੰਨੀ ਵੀ, ਪਰਮੇਸ਼ਰ ਉਹ ਵੀ ਅਜਾਈ ਵਿਅਰਥ ਨਹੀਂ ਜਾਣ ਦਿੰਦਾ, ਉਹਦਾ ਵੀ ਫਲ ਦਿੰਦਾ।
ਇੰਨਾ ਵਾਹਿਗੁਰੂ ਖਿਆਲ ਰੱਖਦਾ, ਇੰਨਾ ਧਿਆਨ ਦਿੰਦਾ ਕਿ ਇਹਨੇ ਨਿੱਕੀ ਤੋਂ ਨਿੱਕੀ ਕਿਣਕਾ ਮਾਤਰ ਵੀ ਜਿਹੜੀ ਘਾਲਣਾ ਘਾਲੀ ਹੈ, ਇਹਦਾ ਵੀ ਇਹਨੂੰ ਹਜ਼ਾਰਾਂ ਗੁਣਾ ਮੈਂ ਫਲ ਦੇਣਾ। ਇੰਨਾ ਵਾਹਿਗੁਰੂ ਪਰਮੇਸ਼ਰ ਸਰਵ ਕਲਾ ਸਮਰੱਥ ਔਰ ਇੰਨਾ ਹਿਰਦੇ ਵਿੱਚ ਧਿਆਨ ਰੱਖਦਾ ਹੈ ਨਾਮੀ ਪੁਰਸ਼ ਦਾ। ਇਸ ਕਰਕੇ ਨਾਮ ਜਪਣ ਵਾਲਾ ਜਦੋਂ ਸਿਮਰਨ ਕਰੇ, ਬੰਦਗੀ ਕਰੇ, ਭਗਤੀ ਕਰੇ, ਕਾਮਨਾ ਨਹੀਂ ਹੈ ਵੀ ਜਪਜੀ ਸਾਹਿਬ ਦਾ ਪਾਠ ਕਰ ਲਿਆ 100 ਕਾਮਨਾ ਦੀ ਅਰਦਾਸ ਕਰ ਦੇਵੇ, ਮੂਲ ਮੰਤਰ ਦਾ ਅਭਿਆਸ ਕਰ ਲਿਆ, ਮਨ ਵਿੱਚ ਸੈਂਕੜੇ ਕਾਮਨਾਵਾਂ ਪੈਦਾ ਹੋ ਗਈਆਂ, ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਜੈ। ਚਲੋ ਆਪਾਂ ਭਾਈ ਦੁਨਿਆਵੀ ਜੀਵ ਹੈ, ਮੰਗਣਾ ਵੀ ਸਤਿਗੁਰੂ ਕੋਲੋਂ ਹੀ ਹੈ। ਬੇਨਤੀ ਜ਼ਰੂਰ ਕਰੋ, ਸਤਿਗੁਰੂ ਅੱਗੇ ਅਰਦਾਸ ਕਰੋ, ਅੱਗੇ ਫਿਰ ਸਤਿਗੁਰੂ ਦੀ ਰਜ਼ਾ ਹੈ, ਉਹਨਾਂ ਨੇ ਕਿਹੜੇ ਥਾਂ ਕਿਵੇਂ ਸਾਡੇ ਉੱਤੇ ਬਖਸ਼ਿਸ਼ਾਂ ਕਰਨੀਆਂ। ਕਈ ਵਾਰੀ ਆਪਾਂ ਸੋਚਿਆ ਬਹੁਤ ਥੋੜਾ ਹੁੰਦਾ, ਪਰ ਵਾਹਿਗੁਰੂ ਨੇ ਸਾਨੂੰ ਦੇਣਾ ਬਹੁਤ ਵੱਡਾ ਹੁੰਦਾ। ਇਸ ਕਰਕੇ ਬਈ ਨਿਸ਼ਕਾਮਤਾ ਦੇ ਨਾਲ ਪਰਮੇਸ਼ਰ ਦਾ ਸਿਮਰਨ, ਮਨ ਵਿੱਚ ਗੁਰੂ ਨਾਲ ਪਰਮੇਸ਼ਰ ਨਾਲ ਪ੍ਰੀਤੀ ਧਾਰ ਕੇ ਕਰੇ। ਗੁਰਬਾਣੀ ਪੜ੍ਹਨ ਦੇ ਵਿਚਾਰ ਹੈ, ਗੁਰਬਾਣੀ ਪੜ੍ਹੇ ਤੇ ਗੁਰਬਾਣੀ ਦੇ ਅਰਥਾਂ ਦੀ ਹਿਰਦੇ ਵਿੱਚ ਵਿਚਾਰ ਕਰੇ। ਉਦੈ ਨਿਜ ਕਾਜ ਸੰਭਾਰ ਹੈ, ਜਦੋਂ ਸੂਰਜ ਚੜ ਜਾਏ, ਤਰਨ ਨਾਮ ਸੂਰਜ ਦਾ, ਸੂਰਜ ਉਦੇ ਹੋ ਜਾਏ, ਫਿਰ ਆਪਣੇ ਕੰਮਾਂ ਕਾਰਾਂ ਦੀ ਵੀ ਸੰਭਾਲ ਕਰੇ। ਕੀ ਹੈ? ਦਸਾਂ ਨੌਂ ਦੀ ਕਿਰਤ ਕਰਨੀ ਹੈ, ਵਿਹਲੇ ਨਹੀਂ ਖਾਣਾ, ਵਿਹਲੇ ਹੱਡ ਨਹੀਂ ਰੱਖਣੇ, ਦਸਾਂ ਨੌਂ ਦੀ ਕਿਰਤ ਵੀ ਕਰਨੀ ਹੈ, ਕਿਰਤ ਤੋਂ ਕਦੇ ਟਾਲਾ ਨਹੀਂ ਵੱਟਣਾ, ਕਿਰਤ ਸਾਰੇ ਸਤਿਗੁਰਾਂ ਨੇ ਕੀਤੀ ਹੈ। ਜਦੋਂ ਕਿਰਤ ਵੀ ਕਰਨੀ ਹੈ, ਕਿਰਤ ਕਰਦਿਆਂ ਕਰਦਿਆਂ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਸੰਤ ਬਾਬਾ ਜਰਨੈਲ ਸਿੰਘ ਜੀ ਹਲ ਵੀ ਵਾਹੁੰਦੇ ਸਨ, ਇੱਕ ਹਲਾਈ ਚ ਇੱਕ ਜਪਜੀ ਸਾਹਿਬ ਦਾ ਪਾਠ ਕਰ ਦਿੰਦੇ ਸਨ। ਸੋ ਇਉਂ ਭਾਈ ਕਿਰਤ ਕਰਦਿਆਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਵੀ ਜਪਣਾ ਹੈ, ਰਸਨਾ ਨੂੰ ਖਾਲੀ ਨਹੀਂ ਛੱਡਣਾ, ਵਿਹਲੀ ਨਹੀਂ ਛੱਡਣਾ, ਸਦਾ ਸੰਭਾਲੈ ਕਰਤੇ ਕਾਮ, ਔਰ ਕੰਮ ਸੰਭਾਲਦਿਆਂ ਹੋਇਆਂ ਨਾਮ ਨੂੰ ਹਿਰਦੇ ਵਿੱਚ ਸੰਭਾਲ ਕੇ ਰਸਨਾ, ਭਾਵੇਂ ਰਸਨਾ ਰਾਹੀਂ ਸੰਭਾਲ ਲੈ, ਭਾਵੇਂ ਸੁਰਤ ਰਾਹੀਂ ਜਪਿਆ ਕਰ। ਜਿਨ੍ਹਾਂ ਨੇ ਮਨੋਂ ਕਦੇ ਪਰਮੇਸ਼ਰ ਨੂੰ ਭੁਲਾਇਆ ਨਹੀਂ, ਨਾ ਭੁੱਲਿਆ, ਸਤ ਸੰਗਤ ਦੇ ਵਿੱਚ ਮਿਲਣ ਦਾ ਬਹੁਤ ਮਨ ਵਿੱਚ ਜਿਨ੍ਹਾਂ ਦੇ ਚਾਅ ਪ੍ਰੇਮ ਹੈ ਕਿ ਸਤ ਸੰਗਤ ਦੇ ਵਿੱਚ ਜਾ ਕੇ ਹਾਜ਼ਰੀ ਭਰਨੀ ਹੈ, ਸਤ ਸੰਗਤ ਦੇ ਵਿੱਚ ਜੁੜਨਾ ਹੈ। ਸਾਧ ਸੰਗਤ ਜੀ, ਨਾਮ ਦਾ ਬੂਟਾ ਨਾ, ਜਿਹੜਾ ਨਾਮ ਦਾ ਬੂਟਾ ਲੱਗਾ ਗੁਰਸਿੱਖ ਦੇ ਹਿਰਦੇ ਵਿੱਚ, ਇਹਨੂੰ ਗਿਆਨ ਦਾ ਫਲ, ਪ੍ਰੇਮ ਦਾ ਫਲ, ਭਗਤੀ ਦਾ ਫਲ ਕਹਿ ਲੋ, ਦੁਨੀਆ ਦੇ ਸੁੱਖਾਂ ਦੇ ਫਲ ਕਹਿ ਲੋ, ਇਹ ਕਿੱਥੋਂ ਪ੍ਰਫੁੱਲਤ ਹੁੰਦੇ ਆ? ਸੰਗਤ ਵਿੱਚ ਆ ਕੇ। ਸੰਗਤ ਕਰਨ ਵਾਲੇ ਪੁਰਸ਼ ਨੂੰ ਕਦੇ ਵੀ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਤੋਂ ਖਾਲੀ ਨਹੀਂ ਰਹਿਣਾ ਪੈਂਦਾ। ਨਾਮੀ ਪੁਰਖ ਨੂੰ ਵੀ ਸੰਗਤ ਦੀ ਬਹੁਤ ਲੋੜ ਹੈ ਤੇ ਦੂਸਰੇ ਨੂੰ ਵੀ ਲੋੜ ਹੈ। ਇਸ ਕਰਕੇ ਨਾਮੀ ਪੁਰਸ਼ ਵੀ ਸੰਗਤ ਕਰੇ, ਦੂਜੇ ਵੀ ਕਰਨ। ਇਸ ਕਰਕੇ ਸਤਸੰਗਤ ਦੇ ਵਿੱਚ ਹਿੱਤ ਧਾਰਨ ਦੀ ਬਹੁਤ ਵੱਡੀ ਲੋੜ ਹੈ ਕਿ ਸਤ ਸੰਗਤ ਵੀ ਕਰੇ ਬਹੁਤ ਪ੍ਰੇਮ ਦੇ ਨਾਲ। ਹਮੇਸ਼ਾ ਦਾਨ ਵੀ ਕਰੇ ਆਪਣੀ ਦਸਾਂ ਨੌਂ ਦੀ ਕਿਰਤ ਵਿੱਚੋਂ। ਗੁਰਸਿੱਖ ਸੰਗਤਾਂ ਦਾਨ ਕਰਦੀਆਂ, ਅੱਜ ਸਾਰੇ ਸੰਸਾਰ ਵਿੱਚ ਗੁਰਸਿੱਖ ਵੱਧਦੇ ਫੁੱਲਦੇ ਜਾ ਰਹੇ ਹੈ। ਤੁਹਾਡੇ ਕਾਰੋਬਾਰ, ਤੁਹਾਨੂੰ ਮਹਾਰਾਜ ਥਾਂ ਥਾਂ ਸੰਸਾਰ ਦੇ ਵਿੱਚ ਪ੍ਰਸਿੱਧੀ ਬਖਸ਼ ਰਹੇ ਆ, ਕੋਈ ਕਮੀ ਘਾਟ ਨਹੀਂ। ਦੁਨੀਆ 'ਚ ਕੋਈ ਐਸਾ ਸਿੱਖ ਨਹੀਂ ਜਿਹੜਾ ਰੱਜ ਕੇ ਪ੍ਰਸ਼ਾਦਾ ਛਕ ਕੇ ਨਾ ਸੌਂਦਾ ਹੋਵੇ। ਇਹ ਕਿਉਂ ਹੈ? ਇਹ ਤੁਸੀਂ ਦਸਾਂ ਨੌਂ ਦੀ ਕਿਰਤ ਵਿੱਚੋਂ ਵੰਡ ਕੇ ਛਕਦੇ ਹੋ, ਪਰਮੇਸ਼ਰ ਦਾ ਸਮਝ ਕੇ। ਦਾਨ ਦਾ ਬਹੁਤ ਵੱਡਾ ਫਲ ਹੈ। ਦਸਾਂ ਨੌਂ ਦੀ ਕਿਰਤ ਵਿੱਚੋਂ ਦਾਨ ਦੇਣਾ, ਦਸਵੰਧ। ਅੱਗੇ ਫਿਰ ਸੇਵਾਵਾਂ ਹਨ। ਕੋਈ ਨੰਗਾ ਹੈ ਉਹਨੂੰ ਵਸਤਰ ਦਿਓ, ਕੋਈ ਭੁੱਖਾ ਹੈ ਉਹਨੂੰ ਪ੍ਰਸ਼ਾਦਾ ਛਕਾਓ, ਉਹਦੀ ਭੁੱਖ ਛੁੱਧਤ, ਭੁੱਖ ਦੂਰ ਕਰੋ। ਉਹ ਸ੍ਰੇਸ਼ਟ ਗੁਰੂ ਦਾ ਸਿੱਖ ਹੈ। ਇਹ ਸ੍ਰੇਸ਼ਟ ਕਰਮ ਜਾਣ ਕੇ ਕਰੇ ਕਿ ਸਭ ਤੋਂ ਉੱਤਮ ਕਰਮ ਹੈ। ਅੰਨ ਅਤੇ ਵਸਤਰ ਦਾ ਹਰ ਕੋਈ ਅਧਿਕਾਰੀ ਹੈ। ਮਾਇਆ ਦੇਖ ਕੇ ਦੇਣੀ ਚਾਹੀਦੀ ਹੈ। ਹੁਣ ਮਾਇਆ ਤੁਸੀਂ ਭੁਲੇਖੇ ਨਾਲ ਦਾਨ ਦੇਤਾ ਕਿਸੇ ਨੂੰ, ਉਹਨੇ ਜਾ ਕੇ ਸ਼ਰਾਬ ਪੀ ਲਈ, ਤੁਹਾਨੂੰ ਪਾਪ ਲੱਗ ਜਾਣਾ। ਤਮਾਕੂ ਵਾਲੇ ਨੂੰ ਪੈਸੇ ਦੇਤੇ ਨਾ ਆਪਣੀ ਕਮਾਈ ਵਿੱਚੋਂ, ਤੁਹਾਨੂੰ ਵੀ ਪਾਪ ਲੱਗ ਜਾਣਾ।
ਹਾਂ ਉਹਨੂੰ ਪ੍ਰਸ਼ਾਦਾ ਦੇ ਦਿਓ, ਵਸਤਰ ਦੇ ਦਿਓ, ਫੇਰ ਉਹਦਾ ਫਲ ਹੈ। ਪੈਸਾ ਜਿਹੜਾ ਦੇਣਾ ਉਹ ਦੇਖ ਕੇ। ਬਾਬਾ ਮਹਿੰਦਰ ਸਿੰਘ ਜੀ ਕਿੱਡੀ ਵੱਡੀ ਸੇਵਾ ਕਰ ਰਹੇ ਆ। ਇੱਕ ਇੱਕ ਪੈਸਾ ਤੁਹਾਡਾ ਇਹਨਾਂ ਦੁਆਰਾ ਜਿਹੜਾ ਸੇਵਾ ਵਿੱਚ ਲੱਗ ਰਿਹਾ ਨਾ, ਉਹ ਗੁਰੂ ਨਾਨਕ ਸਾਹਿਬ ਦੇ ਖਜ਼ਾਨੇ ਵਿੱਚ ਤੁਹਾਡੀ ਕਮਾਈ ਜਮ੍ਹਾਂ ਹੋ ਰਹੀ ਹੈ। ਇਸ ਕਰਕੇ ਭਾਈ ਸੇਵਾ ਜਿਹੜੀ ਮਾਇਆ ਹੈ, ਉਹ ਅਧਿਕਾਰੀ ਨੂੰ ਤੇ ਦੇਖ ਕੇ ਯੋਗ ਥਾਂ ਖਰਚਣੀ ਚਾਹੀਦੀ ਹੈ। ਜਿਨ੍ਹਾਂ ਨੇ ਜਗ ਦੇ ਵਿੱਚ ਆਪਣਾ ਇਹ ਕਾਰਜ ਭਾਵ ਇਹ ਕਰਮ, ਸ਼ੁਭ ਕਰਮ ਆਪਣੇ ਜੀਵਨ ਦਾ ਹਿੱਸਾ ਬਣਾ ਲਏ ਔਰ ਵਿਸ਼ਿਆਂ ਵਿੱਚ ਲੱਗ ਕੇ ਜਿਨ੍ਹਾਂ ਨੇ ਐਵੇਂ ਜਨਮ ਮਨੁੱਖਾ ਨਹੀਂ ਗਵਾਇਆ ਨਿਸਫਲ, ਵਾਹਿਗੁਰੂ ਕੇ ਸਨਮੁਖ ਸੋਏ, ਉਹ ਵਾਹਿਗੁਰੂ ਪਰਮੇਸ਼ਰ ਦੇ ਹਮੇਸ਼ਾ ਸਨਮੁਖ ਰਹਿੰਦੇ ਆ। ਤਨ ਤਾਜ ਦਰਸ਼ਨ ਹੋਏ, ਆਖੋ ਭਾਈ ਵਾਹਿਗੁਰੂ। ਜਦੋਂ ਆਪਣਾ ਸਰੀਰ ਤਿਆਗ ਦਿੰਦੇ ਹੈ ਨਾ, ਤੇ ਫਿਰ ਪਰਮੇਸ਼ਰ ਦੀ ਦਰਗਾਹ ਵਿੱਚ ਸੱਚਖੰਡ ਵਿੱਚ ਉਹਨਾਂ ਨੂੰ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਹੁੰਦੇ ਆ। ਵਾਹਿਗੁਰੂ ਦੀ ਗੋਦ ਵਿੱਚ ਜਾ ਕੇ ਬੈਠਦੇ ਆ, ਜਿਵੇਂ ਆਪਾਂ ਬੈਠੇ ਹਾਂ। ਸੁਧਾਰ ਜਾਏ ਪ੍ਰਭੂ ਮਿਲੇ, ਉਹ ਮਨੁੱਖਾ ਜੀਵਨ ਨੂੰ ਸੁਧਾਰ ਕੇ ਭਾਵ ਸਫਲਾ ਕਰਕੇ ਪਰਮੇਸ਼ਰ ਨੂੰ ਜਾ ਮਿਲਦੇ। ਮਨੁੱਖਾ ਜਨਮ ਦਾ ਅਸਲੀ ਪ੍ਰਯੋਜਨ ਤਾਂ ਭਾਈ ਇਹ ਹੈ ਨਾ, ਪਰਮੇਸ਼ਰ ਦਾ ਨਾਮ ਜਪਣਾ, ਵਾਹਿਗੁਰੂ ਦੀ ਪ੍ਰਾਪਤੀ। ਨਿੰਦਿਆ ਚੁਗਲੀ ਵਿੱਚ ਹੀ ਮਨਮੁਖ ਲੱਗਿਆ, ਨਿੰਦਿਆ ਚੁਗਲੀ ਚ ਈਰਖਾ ਦੁਆਇ ਚ ਅਸੀਂ ਲੱਗਿਆ, ਫਿਰ ਸਾਡਾ ਤੇ ਉਹਨਾਂ ਦਾ ਕੀ ਫਰਕ ਹੈ ਬਈ। ਬਾਣੀ ਪੜੋ, ਨਾਮ ਜਪੋ, ਸੰਗਤ ਕਰੋ, ਦਸਾਂ ਨੌਂ ਦੀ ਕਿਰਤ ਕਰੋ, ਇੱਧਰ ਆਪਣੇ ਆਪ ਨੂੰ ਲਾ ਕੇ ਰੱਖੋ। ਇਹ ਮਨੁੱਖਾ ਜੀਵਨ ਬਹੁਤ ਔਖਾ ਮਿਲਿਆ। 84 ਲੱਖ ਜੂਨ ਵਿੱਚ ਉੱਤਮ ਜਨਮ ਸੁਮਾਨਸ ਦੇਹੀ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਬਿਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਇਹ ਦੇਹ ਬੜੇ ਚਿਰ ਕਾਲ ਬਾਅਦ ਮਿਲੀ ਹੈ। ਕੋਈ ਪੂਰਬਲਾ ਪੁੰਨ ਉਹਦੇ ਹੋਇਆ ਤਾਂ ਕਿਤੇ ਜਾ ਕੇ ਮਿਲੀ ਹੈ। ਆਪਾਂ 24 ਘੰਟੇ ਨਾਮ ਨਹੀਂ ਜਪ ਸਕਦੇ, ਕਿਉਂ ਮਨ ਸਦਾ ਜੁੜਦਾ ਨਹੀਂ। ਬ੍ਰਹਮ ਗਿਆਨੀ ਦਾ ਤਤ ਬੇਤੇ ਦਾ ਮਨ ਹੀ ਪਰਮੇਸ਼ਰ ਵਿੱਚ ਸਦਾ ਲੀਨ ਹੁੰਦਾ। ਆਪਾਂ ਜਿਗਿਆਸਾ ਅਵਸਥਾ ਵਿੱਚ ਹਾਂ, ਪਰ 24 ਘੰਟਿਆਂ 'ਚ ਕੋਈ ਨਿਯਮ ਜ਼ਰੂਰ ਹੋਣਾ ਚਾਹੀਦਾ। ਭਾਵੇਂ 5 ਮਿੰਟ ਦਾ ਹੀ ਨਿਯਮ ਬਣਾ ਲਓ ਵੀ ਮੈਂ 24 ਘੰਟਿਆਂ ਵਿੱਚ 5 ਮਿੰਟ ਪਰਮੇਸ਼ਰ ਦਾ, ਵਾਹਿਗੁਰੂ ਦਾ ਨਾਮ ਜਪਣਾ। ਇਹ 5 ਮਿੰਟ ਦਾ ਮੇਰਾ ਕਿਸੇ ਨਾਲ ਕੋਈ ਸਮਝੌਤਾ ਨਹੀਂ। ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਬਚਨ ਹੈ, ਉਹ ਕਹਿੰਦੇ ਸਨ 1000 ਕੰਮ ਛੱਡ ਕੇ ਪ੍ਰਸ਼ਾਦਾ ਛਕਣਾ ਚਾਹੀਦਾ, 10,000 ਕੰਮ ਛੱਡ ਕੇ ਇਸ਼ਨਾਨ ਕਰਨਾ ਚਾਹੀਦਾ, 50,000 ਕੰਮ ਛੱਡ ਕੇ ਸਤ ਸੰਗਤ ਕਰਨੀ ਹੈ, ਲੱਖ ਕੰਮ ਛੱਡ ਕੇ ਪਰਮੇਸ਼ਰ ਦੇ ਨਾਮ ਦਾ ਭਜਨ ਕਰਨਾ। ਲੱਖਾਂ ਕੰਮ ਹੋਣ ਨਾ, ਉਹਨਾਂ ਨੂੰ ਇੱਕ ਪਾਸੇ ਕਰ ਦਿਓ, ਨਾਮ ਦੇ ਸਮੇਂ ਨੂੰ, ਭਜਨ ਨੂੰ ਪਹਿਲ ਦਿਓ। 5 ਮਿੰਟ ਦੇ ਵਿੱਚ ਤੁਸੀਂ ਪੱਕਾ ਮਨ ਜੋੜ ਕੇ ਨਾਮ ਜਪੋ, ਮੂਲ ਮੰਤਰ ਵਾਹਿਗੁਰੂ ਮੰਤਰ ਦਾ ਅਭਿਆਸ ਕਰੋ। ਇੱਕ ਦਿਨ 50 ਮਿੰਟ ਦਾ ਸਮਾਂ ਬਣ ਜਾਏਗਾ, ਇੱਕ ਦਿਨ 50 ਘੰਟਿਆਂ ਵਿੱਚ ਬਦਲ ਜਾਏਗਾ। ਨਾਮ ਦਾ ਰਸ ਹੀ ਐਸਾ ਹੈ, ਵਿਖੇ ਬਨ ਫੀਕਾ ਤਿਆਗ ਨਹੀਂ ਸਕੀਏ, ਨਾਮ ਮਹਾਰਸ ਪੀਓ। ਨਾਮ ਐਸੀ ਆਕਰ ਰੱਖਣ ਸ਼ਕਤੀ ਨਾਲ ਸਿੱਖ ਦੇ ਹਿਰਦੇ ਨੂੰ ਖਿੱਚ ਕੇ ਆਪਣੇ ਨਾਲ ਲਾ ਲੈਂਦਾ। ਇਸ ਕਰਕੇ ਭਾਈ ਨਾਮ ਦੇ ਵਿੱਚ ਜਿਨ੍ਹਾਂ ਨੇ ਆਪਣੀ ਬਿਰਤੀ ਲਾਈ, ਸੇਵਾ ਕੀਤੀ, ਪਰਉਪਕਾਰ ਕੀਤੇ, ਮਨੁੱਖਾ ਜਨਮ ਨੂੰ ਉਹਨਾਂ ਨੇ ਸਫਲਾ ਕਰਕੇ ਵਾਹਿਗੁਰੂ ਨੂੰ ਮਿਲ ਗਏ ਔਰ ਜਗਤ ਦੇ ਵਿੱਚ ਆਪਣਾ ਮਨੁੱਖਾ ਜੀਵਨ ਉਹਨਾਂ ਨੇ ਸੁਧਾਰ ਕੀ ਸਫਲਾ ਕਰ ਲਿਆ। ਆਨੰਦ ਮੁਕਤ ਸੇ ਭਲੇ, ਉਹ ਆਨੰਦ ਇੱਥੇ ਜੀਵਨ ਮੁਕਤੀ ਦਾ ਵੀ ਲੈਂਦੇ ਆ, ਇੱਥੇ ਵੀ ਆਨੰਦ ਹੀ ਲੈਂਦੇ ਆ ਸਰੀਰ ਕਰਕੇ, ਔਰ ਸਰੀਰ ਦੇ ਤਿਆਗ ਤੋਂ ਬਾਅਦ ਵੀ ਆਨੰਦ ਦੇ ਸਮੁੰਦਰ ਦਾ ਰੂਪ ਬਣ ਜਾਂਦੇ ਆ। ਆਨੰਦ ਦਾ ਸਮੁੰਦਰ ਕੌਣ ਹੈ? ਵਾਹਿਗੁਰੂ। ਵਿਸ਼ਿਆਨੰਦ ਸੰਸਾਰ ਹੈ, ਭਜਨਾਨੰਦ ਹਰਦਾਸ, ਬ੍ਰਹਮਾਨੰਦ ਜੀਵਨ ਮੁਕਤ ਭਈ ਵਾਸ਼ਨਾ ਨਾਸ। ਇੱਕ ਬੂੰਦ ਹੈ, ਇੱਕ ਦਰਿਆ, ਇੱਕ ਸਮੁੰਦਰ ਹੈ। ਵਿਸ਼ਿਆਂ ਦਾ ਆਨੰਦ ਬੂੰਦ ਦੇ ਸਮਾਨ ਹੈ, ਬਸ ਇੰਨਾ ਕੀ ਹੈ। ਨਿਮਕ ਕਾਮ ਸਵਾਦ ਕਾਰਨ ਕੋਟ ਦਿਨ ਦੁਖ ਪਾਵੈ, ਕਰੀ ਮੋਹਤ ਰੰਗ ਮਾਣੈ ਫਿਰ ਬਹੁਤ ਬਹੁਤ ਪਛਤਾਵੈ। ਭਜਨ ਦਾ ਆਨੰਦ, ਭਜਨ ਦਾ ਰਸ, ਭਜਨ ਦਾ
ਸਰੂਰ ਦਰਿਆ ਦੇ ਪਾਣੀ ਵਾਂਗੂ ਹੈ। ਔਰ ਜਿਹੜੀ ਗਿਆਨ ਅਵਸਥਾ ਹੈ, ਪਰਮੇਸ਼ਰ ਦੀ ਅਭੇਦਤਾ ਕਹਿ ਲੋ, ਇਹ ਆਨੰਦ ਦਾ ਸਮੁੰਦਰ ਹੈ। ਜਦੋਂ ਇਹਦੇ ਵਿੱਚ ਗੁਰਸਿੱਖ ਮਿਲ ਗਿਆ ਫਿਰ ਵਿਛੋੜਾ ਨਹੀਂ ਹੈ, ਵਾਹਿਗੁਰੂ ਦਾ ਰੂਪ ਬਣ ਜਾਂਦਾ ਹੈ। ਉਹਦਾ ਹਰ ਹਰ ਜਨ ਦੁਈ ਏਕ ਹੈ, ਬੇਵਿਚਾਰ ਕਛ ਨਾਹਿ, ਜਲ ਤੇ ਉਪਜ ਸਰੰਗ ਜਿਉ ਜਲ ਹੀ ਬਿਖੈ ਸਮਾ। ਉਹ ਆਨੰਦ ਦੇ ਸਮੁੰਦਰ ਵਿੱਚ ਗੋਤੇ ਲਾਉਂਦਾ ਹੈ। ਹੁਣ ਵੇਖ ਲਓ, ਬੂੰਦ ਦਾ ਸੁਖ ਲੈਣਾ ਜਾਂ ਦਰਿਆ ਦਾ ਕਿ ਸਮੁੰਦਰ ਜਿੰਨਾ। ਇਸ ਕਰਕੇ ਬਈ ਉਹ ਮੁਕਤੀ, ਜੀਵਨ ਮੁਕਤੀ ਦਾ ਆਨੰਦ ਸਰੀਰ ਕਰਕੇ ਵੀ ਇੱਥੇ ਮਾਣਦੇ ਹੈ, ਔਰ ਪ੍ਰਲੋਕ ਦੇ ਵਿੱਚ ਵੀ ਇਸ ਆਨੰਦ ਦੇ ਸਾਗਰ ਵਿੱਚ ਲੀਨ ਹੋ ਜਾਂਦੇ ਹਨ। ਜਿਨ੍ਹਾਂ ਨੇ ਮਨੁੱਖਾ ਜਨਮ ਸਫਲਾ ਨਹੀਂ ਕੀਤਾ ਹੈ ਭਾਈ, ਇਹ ਕਾਰਜ ਨਹੀਂ ਪੂਰਾ ਕੀਤਾ, ਉਹ ਗੁਰੂ ਤੋਂ ਵੀ ਬੇਮੁਖ ਹੈ, ਪਰਮੇਸ਼ਰ ਤੋਂ ਵੀ ਬੇਮੁਖ ਹੈ। ਉਹ ਸਦਾ ਹੀ ਦੁੱਖ ਭੋਗਣਗੇ, ਦੁਖੀ ਰਹਿਣਗੇ। ਇੱਥੇ ਵੀ ਮੁਸੀਬਤਾਂ ਦੁੱਖ ਉਹਨਾਂ ਦੇ ਪੱਲੇ, ਤੇ ਦਰਗਾਹ ਦੇ ਵਿੱਚ ਵੀ ਜਮਾਂ ਦੇ ਦੁੱਖ ਉਹਨਾਂ ਨੂੰ ਭੋਗਣੇ ਪੈਂਦੇ ਆ। ਭਾਈ ਸਮੁੰਦੇ ਨੇ ਦੋਨੋਂ ਹੱਥ ਜੋੜੇ ਸਤਿਗੁਰਾਂ ਦੇ ਚਰਨਾਂ ਵਿੱਚ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੇ ਚਰਨਾਂ ਵਿੱਚ ਨਹੋਰੇ ਦਾ ਅਰਥ ਹੁੰਦਾ ਬੇਨਤੀ। ਇਹ ਸੱਚੇ ਪਾਤਸ਼ਾਹ, ਮੈਂ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ। ਨਮਸਕਾਰ ਕਰਨੀ, ਜੋਹਾਰ ਕਿਹਨੂੰ ਕਹਿੰਦੇ? ਦੋਏ ਹੱਥ ਜੋੜ ਕੇ ਬਾਰ 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 ਇਸ ਤਰ੍ਹਾਂ ਸਿਰ ਝੁਕਾਈ ਜਾਣਾ, ਇਹਨੂੰ ਜੋਹਾਰ ਕਹਿੰਦੇ। ਨਿਹੋਰੇ ਹੁੰਦਾ ਸਤਿਗੁਰੂ ਦੇ ਸਨਮੁਖ ਬੇਨਤੀ ਕਰਨੀ, ਅਰਦਾਸ ਕਰਨੀ। ਗੁਰਸਿੱਖ ਜੋਹਾਰਾਂ ਵੀ ਕਰਦੇ ਆ, ਨਮਸਕਾਰਾਂ ਵੀ ਕਰਦੇ ਆ, ਬੇਨਤੀਆਂ ਵੀ ਕਰਦੇ ਆ। ਉਹ ਵੱਖਰਾ ਹੀ ਆਨੰਦ ਹੈ। ਸੋ ਸਾਧ ਸੰਗਤ ਜੀ, ਹੱਥ ਜੋੜੇ ਭਾਈ ਸਮੁੰਦੇ ਨੇ ਤੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਦਇਆ ਕਰੋ, ਕਿਰਪਾ ਕਰੋ, ਦਇਆ ਦੇ ਘਰ ਵਿੱਚ ਆਓ, ਆਖੋ ਭਾਈ ਵਾਹਿਗੁਰੂ। ਗੁਰਸਿੱਖ ਗੁਰੂ ਦੇ ਬਚਨਾਂ ਨੂੰ ਮੰਨਣ ਵਾਲੇ ਮਾਰਗ ਤੇ ਚੱਲ ਪਵੇ ਨਾ, ਮੰਨਣਾ ਤਾਂ ਪੈਣਾ ਹੀ ਹੈ, ਤੁਰ ਪਵੇ ਇਸ ਮਾਰਗ ਤੇ, ਤਾਂ ਗੁਰੂ ਇੱਕ ਦਿਨ ਉਸ ਸਿੱਖ ਨੂੰ ਸਨਮੁਖ ਬਣਾ ਲੈਂਦਾ। ਭਾਈ ਸਮੁੰਦਾ ਕਹਿੰਦਾ, ਮਹਾਰਾਜ ਮੈਨੂੰ ਸਨਮੁਖ ਬਣਾਓ ਆਪਣੇ, ਇਹ ਸੱਚੇ ਪਾਤਸ਼ਾਹ ਕਿਰਪਾ ਕਰੋ, ਆਖੋ ਭਾਈ ਵਾਹਿਗੁਰੂ। ਇਹ ਮਹਾਰਾਜ ਮੈਨੂੰ ਤਿੰਨੇ ਗੁਣ, ਨਾਮ ਜਪਣ ਦਾ, ਵੰਡ ਕੇ ਛਕਣ ਦਾ, ਔਰ ਇਸੇ ਤਰ੍ਹਾਂ ਇਸ਼ਨਾਨ ਕਰਨ ਦਾ, ਇਹ ਤਿੰਨੇ ਗੁਣ ਸੱਚੇ ਪਾਤਸ਼ਾਹ ਮੈਨੂੰ ਬਖਸ਼ਿਸ਼ ਕਰੋ। ਮਹਾਰਾਜ ਕਹਿਣ ਲੱਗੇ, ਭਾਈ ਜਦੋਂ ਸਿੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਦੋਂ ਗੁਰੂ ਦੇ ਹਿਰਦੇ ਵਿੱਚ ਦਿਆਲਤਾ ਪੈਦਾ ਹੁੰਦੀ ਹੈ। ਜਿਹੜੇ ਰੋਜ਼ ਦਰਸ਼ਨ ਕਰਨੇ ਆ ਨਾ, ਇਹਦੇ ਨਾਲ ਗੁਰੂ ਸਾਹਿਬ ਕਹਿੰਦੇ, ਇਹ ਸਿੱਖੇ ਮਾਈ ਭਾਈ ਮੇਰੇ ਕੋਲੇ ਰੋਜ਼ ਆਉਂਦਾ, ਇਹਦੇ ਤੇ ਅਸੀਂ ਕਿਰਪਾ ਕਰੀਏ। ਰੋਜ਼ ਦਰਸ਼ਨ ਤਾਂ ਕਰਨੇ, ਜਦੋਂ ਸਿੱਖ ਗੁਰੂ ਦੇ ਸਨਮੁਖ ਆਉਂਦਾ ਨਾ, ਗੁਰੂ ਦੇ ਸਾਹਮਣੇ ਆ ਕੇ ਦਰਸ਼ਨ ਕਰਦਾ, ਜੋਦਰੀ ਕਰਦਾ, ਸਨਮੁਖ ਹੁੰਦਾ, ਤੇ ਗੁਰੂ ਦੇ ਹਿਰਦੇ ਵਿੱਚ ਸਿੱਖ ਦੀ ਹਾਲਤ ਨੂੰ ਵੇਖ ਕੇ ਤਰਸ ਆਉਂਦਾ। ਕਰਨਾ ਦਾ ਅਰਥ ਹੁੰਦਾ ਤਰਸ, ਕਿ ਮੇਰਾ ਸਿੱਖ ਸੰਸਾਰ ਕਰਕੇ ਵੀ ਦੁਖੀ ਹੈ, ਪਰਮਾਰਥ ਦੇ ਮਾਰਗ ਵੱਲੋਂ ਵੀ ਦੁਖੀ ਹੈ। ਫਿਰ ਮਹਾਰਾਜ ਉਹਦੇ ਸੰਸਾਰ ਦੇ ਦੁੱਖ ਵੀ ਕੱਟ ਦਿੰਦੇ ਆ, ਪਰਮਾਰਥ ਦਾ ਮਾਰਗ ਵੀ ਇਹਨੂੰ ਬਖਸ਼ ਦਿੰਦੇ ਆ। ਇਸ ਕਰਕੇ ਭਾਈ ਰੋਜ਼ ਦਰਸ਼ਨ ਕਰਨੇ ਚਾਹੀਦੇ ਆ। ਗੁਰੂ ਦੇ ਹਿਰਦੇ ਵਿੱਚ ਸਾਡੀ ਹਾਲਤ ਤੇ ਗੁਰੂ ਨੂੰ ਤਰਸ ਆ ਜਾਂਦਾ, ਦਿਆਲਤਾ ਪੈਦਾ ਹੋ ਜਾਂਦੀ ਮਹਾਰਾਜ ਦੇ ਹਿਰਦੇ 'ਚ। ਇਸ ਲਈ ਭਾਈ ਰੋਜ਼ ਦਰਸ਼ਨ ਕਰਨੇ ਚਾਹੀਦੇ ਹਨ, ਬਿਨਾਂ ਨਾਗਾ ਸਤਿਗੁਰੂ ਦੇ। ਭਾਈ ਸਮੁੰਦੇ ਨੇ ਸਤਿਗੁਰੂ ਜੀ ਦਾ ਬਚਨ ਮੰਨਿਆ, ਜੋ ਮਹਾਰਾਜ ਜੀ ਨੇ ਕਿਹਾ ਸੀ ਸੁਭ ਸਿੱਖਿਆ, ਸੁਭ ਉਪਦੇਸ਼ ਜਾਣ ਕੇ ਕਿ ਮੇਰੇ ਭਲੇ ਦਾ, ਉਵੇਂ ਕਮਾਉਣ ਲੱਗ ਪਿਆ। ਗੱਲ ਕਮਾਉਣ ਨਾਲ ਹੈ, ਕਮਾਈ ਵਾਲਿਆਂ ਨੇ ਦਰਖਤਾਂ ਤੋਂ ਮਠਿਆਈਆਂ ਝਾੜ ਦਿੱਤੀਆਂ। ਕਿੰਨੇ ਕੁ ਦਿਨਾਂ ਵਿੱਚ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ, ਬ੍ਰਹਮ ਗਿਆਨ ਪ੍ਰਾਪਤ ਹੋਇਆ। ਉਹ ਗੁਰੂ ਦਾ ਉਪਦੇਸ਼ ਸੰਗਤ ਵਿੱਚ ਜਾ ਕੇ ਸੁਣਦਾ, ਸੰਗਤ ਵਿੱਚ ਬੈਠਦਾ, ਜਿਵੇਂ ਗੁਰੂ ਸਾਹਿਬ ਨੇ ਆਗਿਆ ਕੀਤੀ ਉਵੇਂ ਬਚਨ ਸੁਣਦਾ ਹੈ,
ਔਰ ਉਹਨਾਂ ਬਚਨਾਂ ਨੂੰ ਕਮਾਉਂਦਾ ਆਪਣੇ ਜੀਵਨ ਵਿੱਚ ਢਾਲਦਾ ਹੈ। ਸਹਿਜੇ 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 ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਅਧਿਕਾਰੀ ਬਣ ਕੇ ਭਾਈ ਸਮੁੰਦਾ ਗੁਰੂ ਅਰਜਨ ਦੇਵ ਜੀ ਦਾ ਸਨਮੁਖ ਗੁਰਸਿੱਖ ਹੋਇਆ। ਸੋ ਸਾਧ ਸੰਗਤ ਜੀ, ਇਹ ਬਹੁਤ ਹੀ ਪਵਿੱਤਰ ਉਪਦੇਸ਼ ਸਾਨੂੰ ਸਤਿਗੁਰੂ ਜੀ ਨੇ ਗੁਰ ਇਤਿਹਾਸ ਵਿੱਚੋਂ ਬਖਸ਼ਿਸ਼ ਕੀਤੇ ਹਨ। ਮੈਂ ਮਹਾਂਪੁਰਖ ਸੰਤ ਭਾਈ ਮਹਿੰਦਰ ਸਿੰਘ ਜੀ ਦਾ ਰੋਮ ਰੋਮ ਕਰਕੇ, ਅਸੀਂ ਤਾਂ ਕਰੀਚੋ ਵਾਲੇ ਮਹਾਂਪੁਰਖ ਹੀ ਆਖਦੇ ਹਾਂ ਇਹਨਾਂ ਨੂੰ, ਉੱਥੋਂ ਕਿਰਪਾ ਹੋਈ ਸਾਰੀ। ਔਰ ਸੰਤ ਬਾਬਾ ਮਨੀ ਸਿੰਘ ਜੀ ਸਾਧਕੈ ਸੰਗ ਨਹੀਂ ਕਿਸ਼ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਐਸੀਆਂ ਰਹਿਮਤਾਂ ਦੇ ਨਾਲ ਭਾਈ ਉਹਨਾਂ ਸਤਿਪੁਰਸ਼ਾਂ ਨੇ ਅੱਗੇ ਤੋਂ ਅੱਗੇ ਬਖਸ਼ਿਸ਼ਾਂ ਕੀਤੀਆਂ। ਸੋਨਾ ਮਹਾਂਪੁਰਖਾਂ ਨੇ ਜਥੇਬੰਦੀ ਲਈ ਬਹੁਤ ਚਾਅ ਕੀਤਾ, ਬਹੁਤ ਹੀ ਉਹਨਾਂ ਨੇ ਪ੍ਰੇਮ ਆਪਣਤ ਜਣਾਈ। ਮੈਂ ਤਾਂ ਕਿਣਕਾ ਵੀ ਇਹਨਾਂ ਦੇ ਚਰਨਾਂ ਦੀ ਧੂੜ ਦੇ ਤੁੱਲ ਨਹੀਂ। ਐਡੀ ਵੱਡੀ ਕਮਾਈ ਵਾਲੇ ਸਤਿਪੁਰਸ਼ ਹਨ। ਚਲੋ ਵੱਡੇ ਜਿਹੜੇ ਹੁੰਦੇ ਆ ਉਹ ਹਮੇਸ਼ਾ ਨੀਵਿਆਂ ਨੂੰ ਨਵਾਜਦੇ ਆ। ਸੋ ਮਹਾਂਪੁਰਖਾਂ ਦਾ ਮੈਂ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਸਾਰੀ ਸੰਗਤ ਦਾ ਧੰਨਵਾਦ ਕਰਦਾ, ਜਿੰਨੇ ਪਤਵੰਤੇ ਸੰਗਤ ਵਿੱਚ ਬੈਠੇ ਆ। ਸਰਪੰਚ ਸਰਦਾਰ ਹਰਜੀਤ ਸਿੰਘ ਜੀ, ਭਾਈ ਕੁਲਦੀਪ ਸਿੰਘ ਜੀ ਦਿਓਲ, ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਧੰਨ ਗੁਰੂ ਨਾਨਕ ਸਾਹਿਬ ਸਮੈਦਕ ਵਾਲੇ ਭਾਈ ਜਤਿੰਦਰ ਸਿੰਘ ਜੀ, ਇਸੇ ਹੀ ਤਰ੍ਹਾਂ ਭਾਈ ਸਾਧ ਸੰਗਤ ਜੀ ਦਵਿੰਦਰ ਸਿੰਘ ਜੀ ਮਹਿਤਾ, ਜਿਹੜੇ ਸਿੰਘਾਂ ਨੇ ਬਹੁਤ ਵੱਡੀ ਇਸ ਗੁਰਮਤਿ ਦੇ ਪ੍ਰਚਾਰ ਵਿੱਚ ਸੇਵਾ ਨਿਭਾਈ ਇਹਨਾਂ ਨੌਜਵਾਨਾਂ ਨੇ, ਭਾਈ ਜਗਜੀਤ ਸਿੰਘ ਜੀ ਦੇ ਸਮੇਤ, ਔਰ ਭਾਈ ਦਇਆ ਸਿੰਘ ਜੀ, ਭਾਈ ਸੁੱਖਾ ਸਿੰਘ ਜੀ, ਸਾਰੇ ਸਿੰਘ ਹੀ ਬਹੁਤ ਸਤਿਕਾਰਯੋਗ ਹੈ। ਗਿਆਨੀ ਅਮਨਦੀਪ ਸਿੰਘ ਜੀ ਔਰ ਸਤਿਕਾਰਯੋਗ ਭਾਈ ਮਨਦੀਪ ਸਿੰਘ ਜੀ, ਭਾਈ ਕਰਨਦੀਪ ਸਿੰਘ ਜੀ, ਔਰ ਇਸ ਤੋਂ ਇਲਾਵਾ ਗਿਆਨੀ ਮਨਜੀਤ ਸਿੰਘ ਜੀ, ਸਾਧ ਸੰਗਤ ਜੀ ਰੈਸ਼ੀਆਣਾ, ਭਾਈ ਸੁਖਦੀਪ ਸਿੰਘ ਜੀ, ਜੋ ਇਹ ਕੁਰਬਾਨੀ ਵਾਲੇ ਪਰਿਵਾਰ ਹਨ, ਭਾਈ ਬਹਾਦਰ ਸਿੰਘ ਜੀ, ਭਾਈ ਕਪਤਾਨ ਸਿੰਘ ਜੀ। ਚਲੋ ਠੀਕ ਹੈ। ਸੋ ਸਾਰੀਆਂ ਮਹਾਨ ਆਤਮਾਵਾਂ ਦਾ ਮੈਂ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਭੁੱਲਾਂ ਚੁੱਕਾ ਖਿਮਾ ਕਰਨੀ, ਇਤਨੀ ਹਾਜ਼ਰੀ ਆਪ ਸੰਗਤ ਨੇ ਪ੍ਰਵਾਨ ਕਰਨੀ। ਕੀਰਤਨ ਜਿਨ ਮੈਂ ਪ੍ਰਾਪਤ ਗਿਆਨਾ, ਸੁਨਹਿ ਸਦਾ ਜਿਮ ਗੁਰੂ ਬਖਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ